रूड़ो ठाकुर महरो रूड़ी गुरबाणी। वड्डा भाग सतगुर मिलै पाइयै पद निरबाणी। हक हक आगाहा गुरु गोबिंद सिंह। शाहे शहन शाह गुरु गोबिंद सिंह। बरदो आलम शाह गुरु गोबिंद सिंह। खसम राजा काहा गुरु गोबिंद सिंह। चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਬੜੇ ਸਹਿਜ ਵਿੱਚ ਤੁਰਕੀ ਬਾਣੀ ਦਾ ਫੁਰਮਾਨ ਸ਼੍ਰੀ ਮੁਖਵਾਕ ਸਰਵਣ ਕੀਤਾ ਹੈ। ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਸਮ ਗ੍ਰੰਥ ਵਿੱਚੋਂ ਬਚਿੱਤਰ ਨਾਟਕ ਦੀ ਜੋ ਵਿਚਾਰ ਚੱਲ ਰਹੀ ਹੈ ਸਰਵਣ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਦਾਸ ਨੇ ਮੰਗਲ ਪੜ੍ਹਿਆ ਹੈ। ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ, ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ। ਰੂੜੋ ਦਾ ਭਾਵ ਹੈ ਸੁੰਦਰ। ਪਰਮਾਤਮਾ ਕਹਿੰਦੇ ਜੋ ਮਾਹਰੋ ਪ੍ਰਗਟ ਸਰੂਪ ਹੈ ਨਾ, ਉਹ ਆਪ ਸੁੰਦਰ ਹੈ, ਉਹਦੇ ਬੋਲ ਵੀ ਬੜੇ ਸੁੰਦਰ ਨੇ। ਵੱਡਾ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਬਾਣੀ। ਸਤਿਗੁਰਾਂ ਤੋਂ ਇਹ ਬਾਣੀ ਪ੍ਰਾਪਤ ਹੁੰਦੀ ਹੈ। ਵੱਡਿਆਂ ਭਾਗਾਂ ਨਾਲ ਗੁਰੂ ਦੇ ਦਰ 'ਤੇ ਮਨ ਤਨ ਕਰਕੇ ਝੁਕਿਆ ਜਾਂਦਾ ਹੈ ਅਤੇ ਜਿਹੜਾ ਗੁਰੂ ਪਾਤਸ਼ਾਹ ਪਾਸੋਂ ਬਾਣੀ ਦੀ ਪ੍ਰਾਪਤੀ ਕਰ ਲੈਂਦਾ ਹੈ, ਨਿਰਵਾਣ ਪਦਵੀ ਨੂੰ ਉਹ ਹਾਸਲ ਕਰਦਾ ਹੈ। ਨਿਰਵਾਣ ਦਾ ਭਾਵ ਹੈ ਹਰ ਬੰਧਨ ਤੋਂ ਛੁਟਕਾਰਾ। ਚਾਹੇ ਉਹ ਵਿਕਾਰ ਨੇ, ਜੀਵਨ 'ਚੋਂ ਨਿਵਰਤੀ ਹੋ ਜਾਵੇਗੀ, ਚਾਹੇ ਉਹ 84 ਲੱਖ ਦਾ ਗੇੜ ਹੈ, 1,84 ਜੋਨ ਭਰਮਾਇਆ, ਉੱਥੋਂ ਨਿਜਾਤ ਹਾਸਲ ਹੋ ਜਾਵੇਗੀ, ਵਿਰਕਤਤਾ ਹਾਸਲ ਹੋ ਜਾਵੇਗੀ ਜਿਹੜਾ ਬਾਣੀ 'ਤੇ ਭਰੋਸਾ ਰੱਖਦਾ ਹੈ। ਮਹਾਰਾਜ ਅਕਾਲ ਪੁਰਖ ਦੀ ਤਾਕਤ ਦਰਸਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਆਪਣੀ ਪੁਰਜ਼ੋਰ ਕਲਮ ਨਾਲ ਇਹ ਬਚਨ ਕਹਿੰਦੇ ਨੇ, ਰਾਵਣ ਸੇ ਮਹਿ ਰਾਵਣ ਸੇ ਕਟ ਕਾਨੋਂ ਸੇ ਪਲ ਬੀਚ ਪਛਾਰੈ। ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ। ਮਹਾਰਾਜ ਕਹਿੰਦੇ ਰਾਵਣ ਜਿਹੜਾ ਹੈ ਬੜਾ ਸੂਰਬੀਰ ਹੋਇਆ ਹੈ, ਸੂਰਮਾ ਸੀ, ਵਿਦਵਾਨ ਵੀ ਸੀ, ਚਤੁਰਬਖਤਾ ਸੀ। ਕਹਿੰਦੇ ਸਭ ਨੂੰ ਜਿੱਤ ਲਿਆ ਉਸਨੇ,
ਇੱਕ ਮਹਿਰਾਵਣ ਦਾ ਜ਼ਿਕਰ ਵੀ ਆਉਂਦਾ ਸਨਾਤਨ ਮਤ ਵਿੱਚ। ਕਹਿੰਦੇ ਚਾਹੇ ਉਹ ਰਾਵਣ ਹੈ ਤੇ ਚਾਹੇ ਉਹ ਮਹਿਰਾਵਣ ਹੈ। ਵਾਲਮੀਕ ਜੀ ਨੇ ਇੱਕ ਮਹਿਰਾਵਣ ਦਾ ਵੀ ਜ਼ਿਕਰ ਕੀਤਾ ਹੈ। ਤੁਸੀਂ ਗੂਗਲ 'ਤੇ ਸਰਚ ਕਰੋਗੇ ਤੇ ਉਹ ਪੜ੍ਹ ਸਕਦੇ ਹੋ। ਅੱਛਾ, ਉਹ ਆਪਣੀ ਰਮਾਇਣ ਵਿੱਚ ਉਹਦਾ ਜ਼ਿਕਰ ਕਰਦੇ ਨੇ। ਖੈਰ ਕੋਈ ਰਾਵਣ ਵਰਗਾ ਸੂਰਮਾ ਹੈ, ਦਾਵਾ ਕਰੇ ਵੀ ਮੈਂ ਕਾਲ ਜਿੱਤ ਲਿਆ ਹੈ। ਚਾਹੇ ਉਹ ਰਾਵਣ ਨਾਲੋਂ ਵੀ ਮਹਾਨ ਹੋਵੇ, ਸੂਰਬੀਰ ਹੋਵੇ। ਕਟ ਕਾਨੋਂ ਸੇ ਪਲ ਬੀਚ ਪਛਾਰੈ। ਘਟ ਕਹਿੰਦੇ ਨੇ ਕੁੰਭ ਨੂੰ, ਘੜੇ ਨੂੰ, ਭਾਵ ਰਾਵਣ ਦਾ ਭਾਈ ਕੁੰਭਕਰਨ, ਉਹ ਵੀ ਵੱਡਾ ਸੂਰਮਾ ਸਮਝਿਆ ਗਿਆ। ਕਹਿੰਦੇ ਦੁਨੀਆ ਨੂੰ, ਕਾਲ ਨੂੰ ਜਿੱਤਣ ਦਾ ਦਾਵਾ ਕਰਨ ਵਾਲੇ ਰਾਵਣ ਵਰਗੇ, ਮਹਿਰਾਵਣ ਵਰਗੇ, ਕੁੰਭਕਰਨ ਵਰਗੇ ਪਲ ਬੀਚ ਪਛਾਰੇ। ਇੱਕ ਨਿਮਖ ਭਰ ਦੇ ਵਿੱਚ, ਇੱਕ ਸੈਕਿੰਡ ਦੇ ਵਿੱਚ, ਇੱਕ ਪਲ ਦੇ ਵਿੱਚ, ਪਛਾਰੇ ਤੋਂ ਭਾਵ ਹੈ ਪਟਕ ਕੇ ਸੁੱਟ ਦਿੱਤੇ। ਇਹ ਰਾਮਚੰਦਰ ਜੀ ਨੇ ਕਿਵੇਂ ਕੀਤਾ? ਕਲਗੀਧਰ ਕਹਿੰਦੇ ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਘਾਇਆ। ਅਕਾਲ ਪੁਰਖ ਤੋਂ ਤਾਕਤ ਲੈ ਕੇ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਢਾ ਲਿਆ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਾ, ਭੂਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ। ਜਦੋਂ ਰਸਤੇ ਤੋਂ ਭੜਕ ਗਿਆ, ਕਰਮ ਐਸਾ ਕਰ ਬੈਠਾ, ਰਾਮਚੰਦਰ ਜੀ ਦੀ ਇਸਤਰੀ ਨੂੰ ਅਗਵਾ ਕਰ ਲਿਆ। ਉਹ ਫਿਰ ਆਪਣੀ ਪੱਤ ਦੀ ਖਾਤਰ ਉਹਨਾਂ ਨੇ ਜੰਗ ਲੜੀ ਹੈ। ਰਾਵਣ ਹਾਰਿਆ, ਲੰਕਾ ਲੁੱਟੀ ਗਈ, ਪਾਤਸ਼ਾਹ ਕਹਿੰਦੇ ਨੇ। ਹੁਣ ਤੁਸੀਂ ਆਖੋਗੇ ਵੀ ਇਹ ਸਿੱਖਾਂ ਨੂੰ ਕਿਉਂ ਦੱਸ ਰਹੇ ਨੇ ਮਹਾਰਾਜ? ਇਹਦਾ ਇੱਕ ਕਾਰਨ ਹੈ ਭਾਰਤ ਵਰਸ਼ ਦੇ ਲੋਕਾਂ ਨੂੰ ਦੱਸਣ ਦਾ। ਮੁਗਲਾਂ ਦਾ ਐਸਾ ਜ਼ੋਰ ਪੈ ਗਿਆ ਵੀ ਭਾਰਤ ਵਰਸ਼ ਦੇ ਲੋਕ ਆਪਣੇ ਲੜਕੀਆਂ ਦੇ ਡੋਲੇ ਦੇ ਕੇ ਰਾਜ ਕਮਾਉਣ ਲੱਗ ਪਏ। ਪੜ੍ਹ ਲਓ ਇਹ ਭਾਰਤ ਦੀ ਹਿਸਟਰੀ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੂਰਤਾਂ ਅੱਗੇ ਬੈਠ ਕੇ ਮੰਤਰ ਪੜ੍ਹਦੇ ਹੋ, 700-800 ਸਾਲ ਤੋਂ ਗੁਲਾਮ ਹੋ, ਕਿਸੇ ਮੂਰਤ ਨੇ ਉੱਠ ਕੇ ਮਦਦ ਨਹੀਂ ਕੀਤੀ। ਜਿਸ ਮੂਰਤ ਅੱਗੇ ਬੈਠੇ ਹੋ ਉਸ ਸ਼੍ਰੀ ਰਾਮਚੰਦਰ ਜੀ ਦਾ ਜੀਵਨ ਪੜ੍ਹੋ। ਤੁਸੀਂ ਲੜਕੀਆਂ ਦੇ ਡੋਲੇ ਦੇ ਕੇ ਰਾਜ ਕਰ ਰਹੇ ਹੋ। ਤੇ ਤੁਹਾਡਾ ਸਨਾਤਨ ਮਤੀਆਂ ਦਾ ਭਗਵਾਨ ਜਿਸ ਦਿਨ ਰਾਵਣ ਨੇ ਸੀਤਾ ਜੀ ਨੂੰ ਲਿਜਾਣਾ ਕੀਤਾ ਹੈ ਤੇ ਤਲਵਾਰ ਦੇ ਬਲ ਤੇ ਸੀਤਾ ਜੀ ਨੂੰ ਵੀ ਲਿਆਂਦਾ ਤੇ ਰਾਵਣ ਦਾ ਖੁਰਾ ਖੋਜ ਵੀ ਮਿਟਾਇਆ। ਇਹ ਤੁਹਾਡਾ ਲੋਕਾਂ ਦਾ ਇਤਿਹਾਸ ਹੈ ਤੇ ਤੁਸੀਂ ਡੋਲੇ ਦੇ ਰਾਜ ਕਰਦੇ ਹੋ। ਗਫਲਤ ਦੀ ਨੀਂਦੇ ਸੁੱਤੇ ਲੋਕਾਂ ਨੂੰ ਜਗਾਉਣਾ ਸੀ, ਯੁੱਧ ਕਿਰਿਆ ਵਿੱਚ ਲਗਾਉਣਾ ਸੀ ਲੋਕਾਂ ਨੂੰ, ਵੀਰ ਰਸੀ ਬਣਾਉਣਾ ਸੀ ਲੋਕਾਂ ਨੂੰ। ਖੈਰ ਮਹਾਰਾਜ ਕਹਿੰਦੇ ਬੜੇ ਵੱਡੇ ਸੂਰਮੇ ਸਨ, ਚਾਹੇ ਰਾਵਣ ਹੈ, ਚਾਹੇ ਕੁੰਭਕਰਨ ਹੈ, ਚਾਹੇ ਮਹਿਰਾਵਣ ਹੈ। ਕਾਲ ਅਕਾਲ ਉਹਦੇ ਅੱਗੇ ਇੱਕ ਨਹੀਂ ਚੱਲਦੀ, ਉਹ ਪਲ ਵਿੱਚ ਪਛਾੜ ਕੇ ਸੁੱਟ ਦਿੰਦਾ ਹੈ। ਬਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ, ਜਿਨ ਸਿਉ ਜਮ ਹਾਰੇ। ਵਾਰਦ ਕਹਿੰਦੇ ਨੇ ਮੇਘ ਨੂੰ, ਬੱਦਲ ਨੂੰ, ਬੱਦਲਾਂ ਵਾਂਗੂ ਗੱਜਣ ਵਾਲਾ। ਨਾਦ ਸ਼ਬਦ ਨੂੰ ਕਹਿੰਦੇ ਨੇ, ਬੱਦਲ ਵਾਂਗੂ ਗੱਜਣ ਵਾਲਾ। ਬਾਰਦ ਨਾਦ ਕੌਣ ਹੈ? ਬਾਰਦ ਨਾਦ ਤੋਂ ਭਾਵ ਹੈ ਮੇਘਨਾਥ। ਉੱਥੇ ਅਕੰਪਨ ਇੱਕ ਵੱਡਾ ਵਜ਼ੀਰ ਸੀ ਉਹਦਾ, ਉਹ ਮਾਮਾ ਵੀ ਸੀ ਰਾਵਣ ਦਾ। ਕਹਿੰਦਾ ਇਹਨਾਂ ਨੂੰ ਵੀ ਬੜਾ ਮਾਣ ਸੀ, ਆਪਣੀ ਤਾਕਤ ਉੱਤੇ ਬੜਾ ਮਾਣ ਸੀ ਇਹਨਾਂ ਨੂੰ, ਮੇਘਨਾਥ ਨੂੰ। ਤੇ ਪਾਤਸ਼ਾਹ ਕਹਿੰਦੇ ਨਾਲ ਅਕੰਪਨ ਨੂੰ। ਸੋ ਮਹਾਰਾਜ ਕਹਿੰਦੇ ਜਗ ਜੰਗ ਜੁਰੇ, ਜਿਨ ਸਿਉ ਜਮ ਹਾਰੇ। ਦਾਵਾ ਕਰਦੇ ਸੀ ਵੀ ਜੇ ਮੈਦਾਨੇ ਜੰਗ ਵਿੱਚ ਜੁੜ ਜਾਈਏ, ਜੂਝੀਏ ਜਮਾਂ ਦੇ ਨਾਲ, ਤੇ ਸਾਡੇ ਕੋਲੋਂ ਜਮ ਵੀ ਹਾਰ ਜਾਣਗੇ। ਕਹਿੰਦੇ ਇੱਦਾਂ ਦੇ ਵੀ ਦਾਵਾ ਕਰਨ ਵਾਲੇ ਹੋਏ ਨੇ।
कुंभ अकुंभ से जीत सबै जागो, सातहूं सिंध हथियार पुखारे। कुंभ ते अकुंभ जिन्हां नूं देवी दुर्गा ने मारिया सी, मैं फिर कह देवां, वो ताकत कित्थों आई? तैं ही दुर्गा साज के दैंतां दा नाश कराया। अकाल पुरख ने ही देवियां देवतियां नूं ताकत दित्ती है। कलगीधर हर बाणी की रचना ते हर इतिहासिक तत्थ नूं जदों अपनी बाणी विच लिखदे ने, पहला अकाल पुरख की उस्तत, अखीर ते उस्तत ते विच सतपुरुषां दा जीवन, योधियां दा जीवन बयान करते हैं। शुरू च उस्तत तां है भी जिसका भी जीवन लिखन लगे हैं, चाहे किसी भी धर्म का अवतार है, वो सिखा इष्ट नहीं है तेरा, तेरा इष्ट अकाल पुरख है। केवल उस अवतार दे भगवान दे जीवन चों चंगे गुण ग्रहण कर लै। ते अखीर विच किते तू जीवन पढ़ के उहदा उपासक ना बन जावें ते अखीर ते कह दिंदे ने, राम रहीम पुराण कुरान अनेक कहै मत एक ना मान्यो। ये मत की कहंदे ने, ये अवतार की कहंदे ने, ਇਹਦੇ ना मतलब नहीं इन्हां दे जीवन चों जुझारू पख लै, विकारां दी गुलामी नूं ज्ञान दी खड़ग नाल कट दे ते प्रतख मुगलां दी गुलामी नूं शस्त्र नाल कट दे। इस समय बाबत पातशाह ने एक आवाज़ बुलंद कीती सी ते अखीर ते अकाल पुरख दा ही कहंदे तूं उपासक रहना है। हुण कहंदे जिहड़े कुंभ ते अकुंभ सन, जिहड़े कहंदे असीं दुनिया जित्ती है, और कहंदे ऐसा जोर ये जिहड़े सत्त समुंदर ने ना, कहंदे असीं जिते होए ने ते इन्हां विच अपने शस्त्रां नूं साफ करदे सी, धोंदे सी जंगां जित जित के। जे जे होते अकटे बिकटे, सो कटे कर काल किरपान के मारे। अकटे तो भाव है जिहड़े कहंदे सी सानू मैदाने जंग विच कोई कट ही नहीं सकदा, पछेद। बिकटे, बिकटे का मतलब है जिहड़े बड़े कठोर चित ने, बड़े गांधीव सूरमे ने, चिपरां वर्गे जिन्हां दे शरीर ने, करड़े ने जिहड़े सिर नहीं नवाउंदे। सो कटे कर काल किरपान के मारे, पर अकाल पुरख दे हुक्म विच काल दी हुक्म रूपी तलवार दे नाल वो भी कटे गए, वो भी बड़े बड़े करड़े सूरमे भी टिक नहीं सके। जो कहूँ काल ते भाज के बाचियत, तो कहे कुंट कहूँ पज जाइए। जे तुसी आखो भी मौत तो भज के बच जावांगे, जे सूरमे नहीं बचे तो असीं बच जावांगे, तो गुरु ग्रंथ साहब ने भी हुक्म किया है, दसम बाणी ने भी हुक्म किया है, कहंदे तू भज तो किहे कुंट कहूँ भज जाइए। ये देख लें भी किहड़ी दिशा वल भजना है। निस दिन सुन कै पुराण, गुरु ग्रंथ साहब कहंदे ने, कहंदे देख तू पुरानियां साखियां प्राचीन कहानियां नहीं पढ़ियां, निस दिन सुन कै पुराण, समझत नह रे अजान। तू अज ताईं क्यों नहीं समझिया, काल तो पहुँच्यो आन, कहाँ जह भाज रे। किथे भज के जावेगा, काल तो भजया नहीं जा सकता। डेथ हैज़ अराइव्ड, मौत आ गई है। कहंदे नो वेयर विल यू रन, भज जिथे भजदा है, किथे भजेगा। कहंदे कोई दिशा है ही नहीं है जिथे बच जावें। तू कहंदे जिथे भी जावेगा, आगे हूँ काल धरे अस गाजत, साजत है जिह ते नस आईए। जिथे भी तू जावेगा ना, अगे काल गजदा ही तैनू मिलेगा, भाव मौत उथे ही होवेगी, काल उथे ही होवेगा। साजत, साजत का मतलब है शोभा बड़ी है जिसकी, वो ताकतवर है सब नालों, उहदे वर्गी किसी की शोभा नहीं है। बाणी का एक फरमान है, फरीदा रुत फिरी वण कंबिया, पत झड़े चढ़ पाहे, चारे कुंडा ढूंढियां रहन किथाऊ नाहे। कहंदे दुनिया के किसी कोने विच भी जा, जदों उस इलाके च पत झड़ का मौसम आउंदा ना, पत्ते झड़ जाते हैं हर रुख दे,
मुश्किल है रहना फिर पत्तियां दा। कहते जदों काल रूपी पतझड़ आउंदी है ना, किसी भी दिशा विच चलिया जाई, समा आ गया जिनकी चीरी दरगह पाटी तिन्ना मरना पाई। समा आ जावे फिर कहते हर सूरबीर राजे निर्धन नूं जाना पैंदा है। सो दीन दुनिया दे मालक इत्थे यही गल समझाउंदे ने, वो अगे ही खड़ा होवेगा जिथे तू जावेगा। ऐसो ना कह गयो कोई सो दावरे, जाहे उपाव सो घाव बचैया। हुण जे आपां ये आखीए भी कोई दा पेच ही सिख लईए, जिद्दां दुश्मन सामने ढाल लैके खलो जाईदा ना वार तो बचण दे लई, भी कोई ढाला ही होवे, कोई दा ही सिख लईए जिहड़ा काल तो मौत तो बचा लवे। महाराज कहिंदे ने ऐसा अवसर, ऐसा दाव, ऐसा मौका नहीं आवेगा, समा नहीं मिलेगा, ना कोई दा पेच है उहदे कोलों बचिया जा सके। उपाव तो मतलब है जतन, घाव बचाइए, काल दे प्रहार तो फट तो बचण लई, घाव तो बचण लई कोई तरीका नहीं है। महाराज कहिंदे याद रखियो। फिर अगे पातशाह काल पुरख की वडियाई करते कहिंदे ने, जाते ना छूटिया मूड़ कहूँ, हस ताकी ना क्यों शरणागत जइया। कहंदे ऐ मूर्ख, जदों बचिया ही नहीं जा सकता काल कोलों, बचा है ही कोई नहीं है, तो क्यों ना फिर ओदी शरण जाके ही बेनती करिए भी अंत समा सुखाला आ जावे। मौत संत नूं भी आउणी है, साखत नूं भी आउणी है। संत प्रवान करदा है, वो जानदा है मरण लिखाए मंडल मह आए, वो जानदा है लिखत होई है श्वास मिले ने। साखत जतन करदा है बच जावां, पर याद रखियो महाराज कहिंदे इत्थे बचा नहीं हो सकता। एको ही हल है, उस अकाल पुरख की शरण जाइए। समरथ सुवामी कारण करण, मोहे अनाथ प्रभ तेरी शरण। गुरु ग्रंथ साहिब भी कहिंदे काल पुरख की शरण ही रेहा गुजारा है, अंत समा सुखाला आ जावे। दीन दुनिया दे मालक गुरु गोबिंद सिंह पातशाह अगे फरमान करते ने, बड़े बड़े अवतारां दी हुण गल करन लगे ने। कृष्ण आओ बिशन जपे तोहे कोटक, राम रहीम भली बिद ध्यायो। कोट बिशन कीने अवतार, कोट ब्रह्मंड जाके धर्मशाल, कोट महेश उपाए समाए। करोड़ा विष्णु जी दे अवतार आउंदे ने, करोड़ा इत्थे शिव जी पैदा हुंदे ने, करोड़ा इत्थे ब्रह्मे पैदा हुंदे ने। कोट ब्रह्मे जग साजण लाए। महाराज कहंदे ये जिन्ने भी देवते ने, तू इन्हां करोड़ां देवतियां नूं जपिया है। राम रहीम भली बिद ध्यायो, राम जी नूं भी तू जप के देखिया है। रहीम इत्थे मुहम्मद साहिब जी बाबत आया है। कहंदे जदों समा आउंदा है ना, किसे नूं भी तू जप लै, किसे नूं भी तू ध्या लै। ब्रह्म जप्यो अर संभ थप्यो, तिह ते तोहे को किन्हू ना बचायो। ब्रह्मा जी नूं जप लै। संभ कहंदे ने शिव जी नूं, थप्यो दा भाव है भावें शिवलिंग स्थापन करके तू उसनूं भी जप लै। किसे भी तू देवते नूं, रहबर नूं, महापुरुष नूं जप लै। ते महाराज गुरु गोबिंद सिंह पातशाह कहिंदे तिह ते तोहे को किन्हू ना बचायो। अकाल पुरख दे भेजे काल तो तैनूं कोई नहीं बचावेगा, कोई बचा नहीं सकेगा। पातशाह इत्थे आखण लगे, कहंदे कोट करी तपसा दिन कोटक, काहू ना कौडी को काम कढ़ायो। करोड़ा जन्म ले लै, करोड़ा बार
इन्हां दैविक ताकतां दे मालक दी इबादत कर लै, तपस्या कर लै। काहू ना कौडी को काम कढ़ायो। कौडी तो भाव रंचक मात्र भी ये भुलेखा ना खा जावीं भी तेरा काम कढ़ा देणगे, भाव के तैनूं जमा तो बचा लैणगे, ये नहीं होवेगा। काम का मंत्र कसीरे के काम, ना काल को घाओ किन्हू ना बचायो। अच्छा, काम का मंत्र की है? मंत्र की है? कोई टप्पा, कोई खास देवते दी कोई तुक, ओदा अभ्यास करना, जप करना, किसी वांछत मन वांछत सिद्धि नूं प्राप्त करन लई। कहंदे तू इस तरह कर। गुरु गोबिंद सिंह पातशाह कहंदे इच्छा कामना दी पूर्ति वाला भावें मंत्र पढ़ लई। कसीरे के कामना, पैसे दा चौथा हिस्सा कसीरे नूं कहा जाता है, धेला। कहंदे रंचक मात्र भी, धेले का भी काम नहीं तेरा किसी मंत्र ने कढ़ना। काल दे अगे कोई मंत्र जंत्र नहीं चलना। गुरु ग्रंथ साहब भी कहते ने ना, औखद मंत्र तंत सब शार। सब मंत्र जंत्र उहदे अगे शार ने। इक्को ही मंत्र तैनूं रख सकदा है। कहंदे करना है हार हृदय मह धार। वो एक अकाल पुरख है, जे उहनूं दया आ जाए, जिहदा भेजिया काल आउंदा है। होर कोई विच रखिया करन दे महाराज कहंदे समर्थ नहीं है, उहदी ताकत ऐसी असीम है। अगे आखण लगे काल को घाओ किन्हू ना बचायो। किसे मंत्र जंत्र ने काल दे दिते फट तो तैनूं बचाउणा नहीं है। काहे को कूर करे तपसा इनकी, को कौडी के काम न ऐ हैं। कहंदे देख तू मंत्रां जंत्रां विच चौंकड़ा ला के बैठा है, तपस्या कर रहा है। कहंदे किस लई कर रहा है? अकाल पुरख दी तपस्या कर। इन्हां मंत्रां जंत्रां ने कौडी दा काम नहीं तेरा करना। छोटा मोटा कार्य भी सफला नहीं करना। तोहे बचाए सकै कहो कैसे कह, आपन घाव बचाए न ऐ है। कहंदे फिर एक गल होर है, जिस खास हस्ती का तू खास मंत्र पढ़ रहा है ना, रब तो लैदा, रब की वडियाई तो लैदा, जिथे ते अकाल पुरख की वडियाई है वह प्रवान है। प्रभु की वडियाई तो लैदा जेड़े तू मंत्र जंत्र पढ़दा है ना। महाराज गुरु गोबिंद सिंह कहंदे तैनूं ये मंत्र नहीं बचाउणगे, क्योंकि इन्हां मंत्रां दे उचारण वाले आखण लगे आपन घाव बचाए ना ऐ हैं। ये आप भी काल दे दिते हुए फट तो बच नहीं सके। सारिਆਂ ਨੂੰ जाना पैंदा है, रहन ना पावै सुर नर देवा। कहते ना देवते रहिंदे ने, ना दैंत रहिंदे ने, ना संत रहिंदे ने, ना साकत, सब दुनिया तो चले जाते ने। ते फिर एक चोट करते ने महाराज सच्चे पातशाह। कहते कोप कराल की पावक कुंड में आप टंग्यो तिम तोहे टंगे है। कहते देख वो जेड़ा अकाल पुरख है, ਉਹਦਾ ਜਿਹੜਾ ਕਾਲ है ना, जो लैता करदा खात्मा करदा है, कहंदे कोप वो बड़ा क्रोध विच आउंदा है। कराल तो मतलब वो बड़ा भयानक है। पावक कहंदे ने अग नूं, ਉਹਦੇ क्रोध दी अग तो महाराज कहंदे क्रोध रूपी अग दे कुंड तो जितने भी दुनिया दे उत्ते आगाज करते ने आउण वाले ने, वो आप नहीं बच सकते। वो आप लटका दिते जाते ने। ते कहंदे तैनूं भला किवें कोई बचा सकेगा? तैनूं भी तोहे टंगे है, पुठे ही लटकना पवेगा। चेतर चेत अजो जी मैं जड़, काल कृपा बिन काम न ऐ है। कहंदे हे अचेत इंसान, गाफल इंसान, मूर्ख इंसान, होश तो हीणे इंसान, होश विच आउणा कर। जड़ दा मतलब है मूर्ख, होश विच आउणा कर। काल कृपा बिन काम ना ऐ है।
ਅਕਾਲ ਪੁਰਖ ਤੋਂ ਬਿਨਾ, ਉਹਦੇ ਕਾਲ ਤੋਂ ਬਿਨਾ ਤੇਰੇ ਕਿਸੇ ਨੇ ਕੰਮ ਨਹੀਂ ਆਉਣਾ। ਮਹਾਰਾਜ ਪਾਤਸ਼ਾਹ ਇੱਕ ਗੱਲ ਕਹਿੰਦੇ ਨੇ, ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੀ ਰੱਖਿਆ ਕਰਨ ਦੇ ਸਮਰੱਥ ਹੈ। ਸੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਦਸਮ ਬਾਣੀ ਤੋਂ ਜਿਨ੍ਹਾਂ ਵੀਰਾਂ ਨੂੰ ਕਈ ਵਾਰ ਮੁਸ਼ਕਿਲ ਆਉਂਦੀ ਹੈ, ਆਉਂਦੀ ਕਿੱਥੇ ਹੈ। ਉਹ ਕਹਿ ਦਿੰਦੇ ਜੀ ਇਹ ਸਨਾਤਨ ਮਤ ਨਾਲ, ਇਹ ਤਾਂਤਰਿਕਾਂ ਨਾਲ, ਇਹ ਫਲਾਣੇ ਨਾਲ ਜੋੜਦੀ ਹੈ, ਟਮਕਾਣੇ ਨਾਲ ਜੋੜਦੀ ਹੈ। ਮੈਨੂੰ ਤਾਂ ਕਿਤੇ ਵੀ 1428 ਅੰਗਾਂ ਦੇ ਉੱਤੇ ਇਹ ਲੱਭਿਆ ਹੀ ਨਹੀਂ ਹੈ ਵੀ ਅਕਾਲ ਪੁਰਖ ਤੋਂ ਲਹਿਦਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੇ ਕਿਸੇ ਕ੍ਰਿਤ ਨਾਲ ਜੋੜਿਆ ਹੋਵੇ, ਕਰਤੇ ਨੂੰ ਛੱਡ ਕੇ। ਜੇ ਤੁਹਾਨੂੰ ਲੱਭਿਆ ਤੇ ਲੈ ਆਓ, ਆਪਾਂ ਵਿਚਾਰ ਕਰ ਸਕਦੇ ਹਾਂ ਉਹਦੇ ਤੇ। ਜਿਸ ਅਕਾਲ ਪੁਰਖ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਦਾ ਹੀ ਵਿਸਤਾਰ, ਉਹਦੀ ਹੀ ਵਡਿਆਈ, ਉਹਦੀ ਹੀ ਅਗੰਮੀ ਰਚਨਾ ਦੀ ਬਾਤ ਮਹਾਰਾਜ ਨੇ ਪਾਈ ਹੈ। ਸੋ ਮਹਾਰਾਜ ਕਹਿੰਦੇ ਨੇ ਇੱਥੇ ਕੋਈ ਦੇਵੀ ਦੇਵਤਾ ਰਹਿਬਰ ਮਹਾਂਪੁਰਸ਼ ਰਹਿਣ ਵਾਲਾ ਨਹੀਂ ਹੈ। ਜੇ ਕੰਮ ਕਢਾਉਣਾ ਹੈ ਨਾ ਤੇ ਅਕਾਲ ਪੁਰਖ ਦੇ ਗੀਤ ਗਾਇਆ ਕਰ। ਹੁਣ ਪਾਤਸ਼ਾਹ ਅੱਗੇ ਸਮਝਾਉਂਦੇ ਨੇ, ਤਾਹੇ ਪਛਾਨਤ ਹੈ ਨਾ ਮਹਾ ਪਸ ਜਾਂ ਕੋ ਪ੍ਰਤਾਪ ਤਿਹੂੰ ਪੁਰ ਮਾਹੀ। ਕਹਿੰਦੇ ਇਹ ਪਸ਼ੂ ਬਿਰਤੀ ਹੈ ਸਾਡੀ ਵੀ ਜਿਸ ਅਕਾਲ ਪੁਰਖ ਨੇ ਸਭ ਕੁਝ ਦਿੱਤਾ ਹੈ ਉਹਨੂੰ ਅਸੀਂ ਪਛਾਣਦੇ ਹੀ ਨਹੀਂ। ਕਹਿੰਦੇ ਜਾਂ ਕੋ ਪ੍ਰਤਾਪ, ਜਿਹਦਾ ਪ੍ਰਤਾਪ, ਤੇਜ, ਜਿਹਦੀ ਬਰਕਤ, ਜਿਹਦੀ ਕਰਾਮਾਤ ਤਿਹੂੰ ਪੁਰਮਾਹੀ, ਤਿੰਨਾਂ ਪੁਰੀਆਂ ਵਿੱਚ, ਸਮੁੱਚੇ ਬ੍ਰਹਿਮੰਡ ਵਿੱਚ ਛਾਈ ਹੋਈ ਹੈ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਪਾਤਾਲ ਪੁਰੀਆਂ ਲੋ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ। ਇਹ ਪੁਰੀਆਂ 'ਚ, ਆਕਾਸ਼ ਅੰਦਰ, ਬ੍ਰਹਿਮੰਡ ਅੰਦਰ ਅਕਾਲ ਪੁਰਖ ਦਾ ਹੁਕਮ ਹੀ ਚੱਲਦਾ ਹੈ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਉਹਦੀ ਤੂੰ ਪਛਾਣ ਨਹੀਂ ਕਰ ਰਿਹਾ। ਪੂਜਤ ਹੈ ਪਰਮੇਸ਼ਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ। ਪਰ ਜਿਨ੍ਹਾਂ ਨੂੰ ਤੂੰ ਪਰਮੇਸ਼ਰ ਬਣਾ ਕੇ ਪੂਜ ਰਿਹਾ ਹੈ, ਜਿਨ੍ਹਾਂ ਦੇ ਤੂੰ ਮੰਤਰ ਪੜ੍ਹ ਰਿਹਾ ਹੈ ਨਾ, ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਪਰਮ ਈਸ਼ਵਰ ਸਮਝ ਕੇ ਜਿਨ੍ਹਾਂ ਦੇ ਤੂੰ ਗੀਤ ਗਾ ਰਿਹਾ ਹੈ, ਜਿਹ ਕੈ ਪਰਸੈ ਪਰਲੋਕ ਪਰਾਹੀ। ਪਰਲੋਕ ਬੈਕੁੰਠ ਨੂੰ ਕਹਿੰਦੇ ਨੇ, ਸਵਰਗਾਂ ਨੂੰ, ਤੇ ਪਰਾਹੀ ਤੋਂ ਭਾਵ ਹੈ ਸਵਰਗਾਂ ਤੋਂ ਵੀ ਪਰਾਂ। ਉਹ ਕਹਿੰਦੇ ਤੈਨੂੰ ਉਹਨਾਂ ਸੱਚਖੰਡ ਵੱਲ, ਬੈਕੁੰਠ ਵੱਲ, ਸਵਰਗਾਂ ਵੱਲ ਤੇ ਕੀ ਭੇਜਣਾ ਏ ਜੇ ਅਕਾਲ ਪੁਰਖ ਤੋਂ ਲਹਿਦਾ। ਮਹਾਰਾਜ ਆਖਣ ਲੱਗੇ ਉਹਦੀ ਕ੍ਰਿਤ ਦੀ ਪੂਜਾ ਵਿੱਚ ਲੱਗ ਗਿਆ ਤੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਤੈਨੂੰ ਸਵਰਗ ਤੋਂ ਵੀ ਅੱਗੇ ਛੱਡ ਆਉਣਗੇ, ਨਰਕਾਂ ਨੁਰਕਾਂ ਵੱਲ ਤੇਰਾ ਸਵਰਗ ਵੀ ਜਾਂਦਾ ਰਹਿਣਾ ਹੈ। ਇਹ ਅਕਾਲ ਪੁਰਖ ਦੇ ਨਾਲ ਜੋੜਨ ਦੀ ਪਾਤਸ਼ਾਹ ਦਾ ਫਰਮਾਨ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਪਰਾਹੀ ਤੇਰਾ ਪਰਲੋਕ ਵੀ ਵਿਗੜ ਜਾਵੇਗਾ, ਉਤੋਂ ਵੀ ਪਰਾਂ ਚਲਿਆ ਜਾਵੇਗਾ। ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤ ਪਾਪ ਲਜਾਹੀ। ਫਿਰ ਤੂੰ ਮਹਾਰਾਜ ਕਹਿੰਦੇ ਜੀਵਨ ਵਿੱਚ ਪਾਪ ਵੀ ਤੇ ਬੜਾ ਕਰਦਾ ਹੈ ਨਾ। ਪਾਪ ਦਾ ਭਾਵ ਹੈ ਕੁਕਰਮ, ਭੈੜੇ ਕਰਮ। ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕੀ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਕੀਤੇ ਹੋਏ ਕਰਮ। ਪਾਪ ਬੁਰਾ ਪਾਪੀ ਕਹੋ ਪਿਆਰਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਰਮ ਮਾੜੇ ਪਰ ਪਾਪੀ ਜਿਹੜਾ ਹੈ ਉਹਨੂੰ ਭਾਉਂਦੇ ਨੇ, ਉਹ ਇਸ ਲਈ ਕਰਦਾ ਹੈ। ਪਾਪ ਲੱਦੇ ਪਾਪੇ ਪਾਸਾਰਾ, ਉਹ ਪਾਪ ਨਾਲ ਲੱਦਿਆ ਜਾਂਦਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਇੱਕ ਬੰਨੇ ਤੇ ਤੂੰ ਪਾਪ ਵੀ ਬੜੇ ਕਰੀ ਜਾਂਦਾ ਹੈ, ਦੂਜੇ ਬੰਨੇ ਪਾਪਾਂ ਨੂੰ ਹਰਨ ਵਾਲੇ ਪਰਮਾਤਮਾ ਨੂੰ ਵੀ ਤੂੰ ਨਹੀਂ ਜਪਦਾ, ਔਰ ਐਸੇ ਪਾਪ ਕਰਦਾ ਹੈ ਵੀ ਖੁਦ ਪਾਪ ਨੂੰ ਵੀ ਸ਼ਰਮ ਆ ਜਾਵੇ, ਲੱਜਾ ਆ ਜਾਵੇ। ਸੋ ਮਹਾਰਾਜ ਦੀਨ ਦੁਨੀਆ ਦੇ ਮਾਲਕ ਅੱਗੇ ਇੱਕ ਗੱਲ ਕਹਿੰਦੇ ਨੇ, ਪਾਏ ਪਰੋ ਪਰਮੇਸ਼ਰ ਕੈ ਜੜ ਪਾਹਨ ਮੈਂ ਪਰਮੇਸ਼ਰ ਨਾਹੀ। ਜਿਹੜੇ ਕਹਿੰਦੇ ਵੀ ਸਨਾਤਨ ਮਤ ਦੀ ਇਹ ਰਚਨਾ ਹੈ, ਹੁਣ ਇਹਦੇ ਅਰਥ ਪੜ੍ਹੋ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਪੱਥਰ ਦੇ ਵਿੱਚ ਚੇਤਨਤਾ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਪੱਥਰ ਵਿੱਚ ਚੇਤਨਤਾ ਨਹੀਂ ਹੈ, ਉਹ ਜੜ ਹੈ। ਤੇ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਪਾਏ ਪਰੋ ਪਰਮੇਸ਼ਰ ਕਹਿ, ਤੂੰ ਪਰਮਾਤਮਾ ਦੇ ਚਰਨ ਪਕੜ, ਭਾਵ ਪਰਮਾਤਮਾ ਦੇ ਚਰਨ ਹਿਰਦੇ ਵਿੱਚ ਵਸਾ। ਜੜ ਪਾਹਨ ਮੈਂ ਪਰਮੇਸ਼ਰ ਨਾਹੀਂ, ਨਾ ਸਮਝ ਪੱਥਰ ਦੇ ਵਿੱਚ ਰੱਬ ਨਹੀਂ ਹੈ। ਤੁਸੀਂ ਸਨਾਤਨ ਮਤ ਦੇ ਵੇਦ ਵੀ ਪੜ੍ਹੋ ਨਾ, ਉਹ ਵੀ ਨਿਰਗੁਣ ਦੀ ਗੱਲ ਕਰਦੇ ਨੇ। ਬਾਣੀ ਵਿੱਚ ਤਾਂ ਹੀ ਤੇ ਆਉਂਦਾ, ਵੇਦ ਕਤੇਬ ਕਹੋ ਮਤ ਝੂਠੈ, ਝੂਠਾ ਜੋ ਨਾ ਵਿਚਾਰੈ। ਇਹ ਬ੍ਰਾਹਮਣ ਨੇ ਬਾਅਦ 'ਚ ਜਿਹੜੇ ਪੁਰਾਣ ਲਿਖੇ ਨੇ, ਉਹਨਾਂ ਦੇ ਵਿੱਚ ਇਸਨੇ ਮੂਰਤੀ ਪੂਜਾ ਦੀ ਸ਼ੁਰੂਆਤ ਕੀਤੀ ਹੈ। ਵੇਦ ਨਿਰਗੁਣ ਦੀ ਗੱਲ ਕਰਦੇ ਨੇ, ਜੋ ਅਸਲ ਸਨਾਤਨ ਮਤ ਦਾ ਧਰਮ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਇਹੀ ਸਮਝਾਉਂਦੇ ਨੇ, ਇਹੀ ਸਮਝਾਉਂਦੇ ਨੇ। ਕਿਸ ਨੂੰ ਸਿਮਰਨਾ ਹੈ? ਕਹਿੰਦੇ, ਜਿਸ ਸਿਮਰਤ ਡੂਬਤ ਪਾਹਨ ਤਰੇ। ਗੁਰੂ ਗੋਬਿੰਦ ਸਿੰਘ ਕੀ ਬਾਣੀ, ਚਾਹੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ, ਚਾਹੇ ਦਸਮ ਬਾਣੀ ਪੜ੍ਹ ਲਓ, ਇਹੀ ਉਪਦੇਸ਼ ਹੈ ਵੀ ਸਿੱਖਾ ਧਿਆਨ ਦੇ, ਜਿਹੜਾ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਾ ਉਸ ਅਕਾਲ ਪੁਰਖ ਨੂੰ ਜਪਣਾ ਹੈ। ਦੀਨ ਦਇਆਲ ਸਗਲ ਪੈ ਭੰਜਨ, ਸਰਨ ਤਾਹੇ ਤੁਮ ਪਰ ਰੇ। ਸ਼ਰਨ ਗ੍ਰਹਿਣ ਕਰਨੀ ਹੈ, ਕਿਹਦੀ ਕਰਨੀ ਹੈ? ਪਾਏ ਪਰੋ ਪਰਮੇਸ਼ਰ ਕਹਿ, ਪਰਮੇਸ਼ਰ ਦੇ ਚਰਨ ਪਕੜਨੇ ਕਰ। ਮੋਨ ਭਜੇ ਨਹੀਂ, ਮਾਨ ਤਜੇ ਨਹੀਂ, ਭੇਖ ਸਜੇ ਨਹੀਂ, ਮੁੰਡ ਮੁੰਡਾਏ। ਕਈ ਮੌਨ ਧਾਰੀ ਹੋ ਜਾਂਦੇ ਆ, ਖਾਮੋਸ਼ ਹੋ ਕੇ ਰੱਬ ਨੂੰ ਪਾਵਾਂਗੇ। ਇੱਦਾਂ ਨਹੀਂ, ਜੇ ਖਾਮੋਸ਼ ਹੀ ਰਹਿਣਾ ਤੇ ਪੱਥਰ ਤੇ ਰੁੱਖ ਖਾਮੋਸ਼ ਨੇ। ਤੈਨੂੰ ਉੱਤਮ ਜਨਮ ਮਿਲਿਆ, ਤੈਨੂੰ ਜ਼ੁਬਾਨ ਦਿੱਤੀ ਹੈ, ਕਾਹਦੇ ਲਈ ਮਿਲੀ ਹੈ? ਗੀਤ ਗਾਉਣ ਦੇ ਲਈ, ਅਕਾਲ ਪੁਰਖ ਦੇ ਗੁਣ ਗਾਉਣ ਦੇ ਲਈ, ਤਾਂ ਕਿ ਤੂੰ ਜੀਵਨ ਸਫਲਾ ਕਰ ਸਕੇ। ਭਾਈ ਪਰ ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਕਾਲ ਪੁਰਖ ਦੇ ਗੀਤ ਗਾ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਇੱਦਾਂ ਚੁੱਪ ਕੀਤਿਆਂ, ਖਾਮੋਸ਼ ਹੋਇਆਂ ਕਈ ਮਾਣ ਚੁੱਕੀ ਫਿਰਦੇ ਨੇ, ਮੈਂ ਤੇਰੀ ਮੌਨ ਧਾਰ ਲਿਆ। ਹੁਣ ਮਨ ਤੇ ਚੁੱਪ ਕਰਦਾ ਨਹੀਂ, ਤਰ੍ਹਾਂ ਤਰ੍ਹਾਂ ਦੇ ਇਹਦੇ 'ਚ ਫੁਰਨੇ ਆਉਂਦੇ ਨੇ। ਜ਼ੁਬਾਨ ਨੂੰ ਚੁੱਪ ਕਰਵਾਇਆ ਕੀ ਕਰ ਲਵੇਂਗਾ? ਚੁੱਪ ਤੇ ਮਨ ਨੂੰ ਕਰਵਾਉਣਾ ਸੀ। ਮਨ ਜੀਤਾ ਹੈ, ਜਗਜੀਤ ਜਿਤਨਾ ਤੇ ਮਨ ਨੂੰ ਸੀ। ਜ਼ੁਬਾਨ ਨੂੰ ਚੁੱਪ ਕਰਵਾਇਆ ਕੁਝ ਨਹੀਂ ਹੋਵੇਗਾ। ਉਲਟਾ ਮਾਣ ਚੁੱਕਿਆ ਹੈ, ਹੰਕਾਰ ਚੁੱਕਿਆ ਹੈ। ਭੇਖ ਸਜੇ ਨਹੀਂ, ਮੁੰਡ ਮੁੰਡਾਏ। ਇੱਕ ਗੱਲ ਗੁਰੂ ਗ੍ਰੰਥ ਸਾਹਿਬ ਨੇ ਵੀ ਕਹੀ ਹੈ, ਬਾਹਰ ਭੇਖ ਅੰਤਰ ਮਲ ਮਾਇਆ। ਬਾਹਰੋਂ ਅਸੀਂ ਧਾਰਮਿਕ ਲਿਬਾਸ ਪਾ ਲੈਂਦੇ ਹਾਂ, ਪਰ ਅੰਦਰ ਸਾਡੇ ਰੱਬ ਦਾ ਨਾਮ ਨਹੀਂ ਹੁੰਦਾ। ਉੱਥੇ ਜਿਹੜਾ ਤੁਹਾਡਾ ਧਾਰਮਿਕ ਬਾਣਾ ਵੀ ਹੈ ਨਾ, ਉਹਦੀ ਵੀ ਜਿਹੜੀ ਫਿਰ ਵੈਲਿਊ ਹੈ ਉਹ ਘਟ ਜਾਂਦੀ ਹੈ, ਕਿਉਂਕਿ ਉੱਥੇ ਭੇਖ ਬਣ ਜਾਂਦਾ ਹੈ। ਹੁਣ ਜਿਹੜਾ ਨਕਲੀ ਰੁੱਖ ਹੈ, ਡੈਕੋਰੇਸ਼ਨ ਲਈ ਲੱਗੇ ਹੁੰਦੇ ਨਾ ਸੜਕ 'ਤੇ, ਉਹ ਖੁਸ਼ਬੂ ਹੀ ਨਹੀਂ ਦਿੰਦਾ, ਉਹ ਫਲ ਨਹੀਂ ਦਿੰਦਾ, ਕਿਉਂਕਿ ਜੜ ਹੈ ਨਹੀਂ ਹੈ। ਸਿੱਖੀ ਅੰਦਰ ਹੈ, ਬੀਜ ਅੰਦਰ ਹੈ। ਤੇ ਜਿਵੇਂ ਬੀਜ ਧਰਤੀ ਵਿੱਚ ਹੋਵੇ ਤੇ ਰੁੱਖ ਬਣ ਕੇ ਪ੍ਰਗਟ ਹੁੰਦਾ ਹੈ, ਇਹ ਖਾਲਸੇ ਦਾ ਸਰੂਪ ਪ੍ਰਗਟ ਸਰੂਪ ਹੈ। ਸਿੱਖ ਅੰਦਰ ਹੈ, ਖਾਲਸਾ ਬਾਹਰ ਹੈ। ਸਿੱਖ ਅੰਦਰ ਹੈ, ਸਿੰਘ ਪ੍ਰਗਟ ਹੈ। ਤੇ ਜੇ ਧਰਤੀ ਵਿੱਚ ਸੁੱਟਿਆ ਬੀਜ ਫਸਲ ਬਣ ਕੇ ਨਾ ਉੱਗੇ, ਤੇ ਫਿਰ ਆਪਾਂ ਕੀ ਕਹਿੰਦੇ ਆ? ਕਹਿੰਦੇ ਬੀਜ ਗਲ ਸੜ ਗਿਆ ਹੋਣਾ ਹੈ। ਇਹ ਵੀ ਦਾਵਾ ਨਾ ਕਰੋ ਮੇਰੇ ਅੰਦਰ ਸਿੱਖੀ ਹੈ, ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਨਹੀਂ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਗੁਰੂ ਦਾ ਹੁਕਮ ਹੈ ਅੰਮ੍ਰਿਤ ਛਕਣਾ। ਸੋ ਇਸ ਗੱਲ ਦਾ ਖਿਆਲ ਰੱਖਿਓ। ਅੰਦਰ ਸਿੱਖੀ ਹੁੰਦੀ ਤੇ ਬਾਹਰ ਰੁੱਖ ਪੈਦਾ ਹੁੰਦਾ, ਅੰਦਰ ਬੀਜ ਹੁੰਦਾ ਤੇ ਰੁੱਖ ਬਣ ਕੇ ਪ੍ਰਗਟ ਹੁੰਦਾ। ਖਾਲਸਾ ਸਜਦਾ ਤੂੰ, ਪਰ ਅੰਦਰ ਕੁਝ ਨਹੀਂ ਹੈ। ਦਾਵਾ ਪਿਆ ਕਰਦਾ ਹੈ ਵੀ ਬੀਜ ਅੰਦਰ ਹੈ, ਗਲ ਸੜ ਗਿਆ ਹੋਵੇਗਾ, ਅੰਦਰ ਕੁਝ ਨਹੀਂ ਹੈ। ਸੋ ਮਹਾਰਾਜ ਕਹਿੰਦੇ, ਜਿਹੜਾ ਦਿਖਾਵੇ ਦਾ ਭੇਖ ਹੈ, ਕੰਮ ਆਉਣ ਵਾਲਾ ਨਹੀਂ, ਜੇ ਅੰਦਰ ਰੱਬ ਦਾ ਨਾਮ ਨਹੀਂ ਹੈ। ਅੱਗੇ ਭੇਖਾਂ ਬਾਬਤ ਹੀ ਕਹਿੰਦੇ ਨੇ, ਕਈ ਮੁੰਡ ਮੁੰਡਾ ਲੈਂਦੇ ਨੇ, ਸਿਰ ਗੰਜਾ ਕਰਵਾ ਲੈਂਦੇ ਨੇ, ਇੱਕ ਇੱਕ ਵਾਲ ਪਟਾਉਂਦੇ ਨੇ। ਉਹਦੀ ਦੇਣ ਹੈ ਕੇਸ, ਇਹਨਾਂ ਦੀ ਸੇਵਾ ਕਰੋ। ਰੱਬ ਦੀ ਬਣਾਈ ਮੂਰਤ ਨੂੰ ਖਰਾਬ ਕਰ ਰਹੇ ਹੋ, ਇਹਦੇ ਨਾਲ ਕੀ ਹੋਵੇਗਾ? ਇਹ ਤੇ ਦਖਲ ਹੈ ਸਿੱਧਾ ਉਹਦੇ ਹੁਕਮ ਦੇ ਵਿੱਚ। ਹੁਕਮ ਮੰਨਿਆ ਹੋਵੇ, ਪ੍ਰਵਾਨ ਮੰਨਣਾ ਤੇ ਹੁਕਮ ਸੀ, ਪਰ ਤੁਸੀਂ ਜਦੋਂ ਕੇਸ ਪੁੱਟੇ, ਇਹਦਾ ਮਤਲਬ ਇਹ ਨਿਕਲ ਆਇਆ ਵੀ ਰੱਬ ਦੀ ਬਣਾਈ ਮੂਰਤ ਗਲਤ ਹੈ, ਤੁਹਾਨੂੰ ਠੀਕ ਕਰਨੀ ਆਉਂਦੀ ਹੈ।
ਤੁਸੀਂ ਕੇਸ ਤਾਂ ਹੀ ਕਟਾ ਰਹੇ ਹੋ, ਚਾਹੇ ਇਸਤਰੀ ਹੈ ਚਾਹੇ ਮਰਦ ਹੈ। ਰੱਬ ਦੀ ਬਣਾਈ ਮੂਰਤ ਭੰਨਣ ਦਾ ਕਿਸੇ ਨੂੰ ਹੁਕਮ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਅੱਗੇ ਹੋਰ ਭੇਖ ਬਾਬਤ ਕਹਿੰਦੇ ਨੇ, ਕੰਠ ਨਾ ਕੰਠੀ ਕਠੋਰ ਧਰੈ, ਨਹੀਂ ਸੀਸ ਜਟਾਨ ਕੇ ਝੂਠ ਸਹਾਏ। ਇੱਕ ਨਾ ਮੱਤ ਹੈ ਵੈਸ਼ਨਵ, ਉਹਨਾਂ ਦੇ ਵਿੱਚ ਲੱਕੜ ਦੇ ਮਣਕਿਆਂ ਦੀ ਮਾਲਾ ਪਾਉਂਦੇ ਨੇ, ਕੰਠੀ ਪਾਉਂਦੇ ਨੇ। ਕਹਿੰਦੇ ਰੱਬ ਦਾ ਨਾਮ ਜਪੇ ਨਾ ਤੇ ਕੰਠੀ ਪਾ ਕੇ ਆਖੇ ਵੀ ਰੱਬ ਤਾਈਂ ਪਹੁੰਚ ਜਾਵਾਂ, ਇਹ ਗੱਲ ਨਹੀਂ ਬਣੇਗੀ। ਕਠੋਰ ਸਖਤ ਸੁੰਦਰ ਮਾਲਾ ਚਾਹੇ ਗਲ ਵਿੱਚ ਤੂੰ ਪਾ ਲੈ। ਨਹੀਂ ਸੀਸ ਜਟਾਨ ਕੇ ਝੂਠ ਸੁਹਾਏ। ਇੱਕ ਤੇ ਵਾਲ ਪੁੱਟਦੇ ਨੇ ਨਾ, ਇੱਕ ਕੇਸਾਂ ਵਿੱਚ ਬੋੜ ਆਦਿਕ ਦਾ ਦੁੱਧ ਪਾ ਕੇ ਨਾ ਸਵਾਹ ਲਾ ਕੇ ਤੇ ਜਟਾਵਾਂ ਬੰਨ੍ਹ ਲੈਂਦੇ ਨੇ, ਦਿਖਾਉਂਦੇ ਇਹ ਨੇ ਵੀ ਅਸੀਂ ਉਪਰਾਮ ਹੋ ਗਏ ਦੁਨੀਆ ਤੋਂ। ਸਵਾਹ ਮਲ ਲਈ ਹੈ ਤਨ ਤੇ, ਕਿਉਂਕਿ ਅਖੀਰ ਮਿੱਟੀ ਹੋਣਾ ਹੈ, ਸਵਾਹ ਹੋਣਾ ਹੈ। ਉਹ ਕਬੀਰ ਜੀ ਨੇ ਵੀ ਇਸ ਬਾਬਤ ਬੜਾ ਸੁੰਦਰ ਕਿਹਾ, ਕਹਿੰਦੇ ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰਰ ਮੁਡਾਏ। ਕਹਿੰਦੇ ਚਾਹੇ ਐਨ ਗੰਜ ਕੱਢ ਲਾ, ਇੱਕ ਇੱਕ ਕਰਕੇ ਕੇਸ ਪੁੱਟ ਲਾ, ਉਸਤਰਾ ਲਗਾ ਲੈ, ਤੇ ਚਾਹੇ ਵਾਲਾਂ ਨੂੰ ਬੋੜ ਦਾ ਦੁੱਧ ਲਾ ਕੇ ਤੂੰ ਲੰਮੇ ਕਰ ਲੈ, ਜਟਾਂ ਬਣਾ ਲੈ। ਇਹਦਾ ਕਈ ਗਲਤ ਅਰਥ ਕਰਦੇ ਨੇ। ਅਖੀਰੀ ਕਬੀਰ ਜੀ ਆਂਦੇ ਨਾ ਕੇਸ ਰੱਖਿਆ ਹੀ ਰੱਬ ਮਿਲਦਾ, ਨਾ ਕਟਾਇਆ ਹੀ ਮਿਲਦਾ ਹੈ। ਇੱਥੇ ਕੇਸ ਰੱਖਣ ਦੀ ਗੱਲ ਨਹੀਂ ਕਹੀ, ਭਾਵੇਂ ਲਾਂਬੇ ਕੇਸ ਕਰ, ਜਿਹੜੇ ਆਪ ਲੰਮੇ ਕਰਦੇ ਨੇ, ਜਟਾ ਬਣਾਉਂਦੇ ਨੇ, ਉਹਨਾਂ ਦੀ ਗੱਲ ਕੀਤੀ ਹੈ। ਜੋ ਪ੍ਰਗਟ ਹੋ ਰਿਹਾ ਹੈ, ਕੇਸ ਆ ਰਹੇ ਨੇ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਆ ਰਹੇ ਨੇ, ਆਪਾਂ ਖੁਦ ਤੇ ਇਹਨਾਂ ਨੂੰ ਵਧਾ ਨਹੀਂ ਰਹੇ। ਹਾਂ, ਕਟਾਉਣਾ ਮਨਮਤ ਹੈ, ਵੱਧ ਤੇ ਉਹਦੇ ਹੁਕਮ ਵਿੱਚ ਹੀ ਰਹੇ ਨੇ। ਸੋ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਬੀਰ ਜੀ ਇਹੀ ਕਹਿੰਦੇ ਨੇ, ਕਲਗੀਧਰ ਮਹਾਰਾਜ ਵੀ ਇਹੀ ਕਹਿੰਦੇ ਨੇ ਵੀ ਭੇਖਾਂ ਨਾਲ ਗੱਲ ਨਹੀਂ ਬਣਨੀ। ਜੁਟਾਨ ਜੂੜੇ ਨੂੰ ਕਿਹਾ ਹੈ, ਕਹਿੰਦੇ ਵਧਾਲਾ ਤੂੰ ਜੂੜਾ, ਲਾਲਾ ਤੂੰ ਦੁੱਧ ਬੋੜ ਦਾ ਤੇ ਲਾਲਾ ਤੂੰ ਸੁਆਹ, ਵਟੀਆਂ ਬਣਾ ਲਾ, ਇੱਦਾਂ ਗੱਲ ਨਹੀਂ ਬਣੇਗੀ। ਦੀਨ ਦੁਨੀਆ ਦੇ ਮਾਲਕ ਅੱਗੇ ਆਖਣ ਲੱਗੇ, ਸਾਚ ਕਹੋ ਸੁਣ ਲੈ ਚਿਤਦੈ, ਬਿਨ ਦੀਨ ਦਿਆਲ ਕੀ ਸਾਮ ਸਿਧਾਏ। ਕਹਿੰਦੇ ਦੇਖ, ਅਸਲ ਦੇ ਵਿੱਚ ਇੱਕ ਦੀਨਾਂ ਤੇ ਦਇਆ ਕਰਨ ਵਾਲਾ ਜਿਹੜਾ ਪਰਮਾਤਮਾ ਹੈ ਨਾ, ਦੁੱਖ ਹਰਣ ਦੀਨ ਸਰਣ ਸਿਰੀਧਰ ਚਰਨ ਕਮਲ ਆਰਾਧੀਐ। ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਨੇ, ਕਹਿੰਦੇ ਦੇਖ, ਇੱਕ ਅਕਾਲ ਪੁਰਖ ਹੀ ਐਸੀ ਬੁਲੰਦ ਹਸਤੀ ਹੈ ਜਿਸ ਦੇ ਗੀਤ ਗਾਵੇਂ ਤੇ ਹਰ ਤੇਰਾ ਧਾਰਿਆ ਹੋਇਆ ਭੇਖ ਵੀ ਸਫਲਾ। ਜਿਸ ਦੇ ਗੀਤ ਗਾਵੇਂ ਤੇ ਤੈਨੂੰ ਕਾਲ ਦਾ ਮੌਤ ਦਾ ਭੈ ਵੀ ਨਹੀਂ ਰਵੇਗਾ। ਕਹਿੰਦੇ ਕੰਨ ਦੇ ਕੇ ਇਸ ਗੱਲ ਨੂੰ ਸੁਣ ਲੈ, ਪਰਮਾਤਮਾ ਹੀ ਦਿਆਲੂ ਹੈ, ਸਾਮ ਸਿਧਾਏ, ਉਹਦੀ ਸ਼ਰਨ ਚਲਿਆ ਜਾ ਜੇ ਬਚਣਾ ਹੈ। ਹੁਣ ਅੱਗੇ ਇਸਲਾਮ ਜਗਤ ਬਾਬਤ ਇੱਕ ਬਚਨ ਕਹਿ ਰਹੇ ਨੇ। ਦੀਨ ਦੁਨੀਆ ਦੇ ਮਾਲਕ ਕਹਿੰਦੇ, ਪ੍ਰੀਤ ਕਰੈ ਪ੍ਰਭ ਪਾਏ ਤਹੈ ਕਿਰਪਾਲ, ਨਾ ਭੀਜਤ ਲਾਂਡ ਕਟਾਏ। ਪ੍ਰਤੱਖ ਪਾਤਸ਼ਾਹ ਕਹਿੰਦੇ ਨੇ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬੋਲ ਆਉਂਦੇ ਨੇ। ਦੇਖੋ, ਗੁਰੂ ਪਾਤਸ਼ਾਹ ਸਾਡੇ ਪਿਤਾ ਨੇ, ਗੁਰੂ ਨੇ, ਮੁਰਸ਼ਦ ਨੇ। ਜਿਵੇਂ ਲੋਭ ਮੋਹ ਹੰਕਾਰ ਦੇ ਉੱਤੇ ਧਾਰਮਿਕ ਗ੍ਰੰਥ ਸਮਝਾਉਂਦੇ ਨੇ, ਗੁਰੂ ਕੀ ਬਾਣੀ ਸਮਝਾਉਂਦੀ ਹੈ, ਇੱਦਾਂ ਕਾਮ ਜਿੱਥੋਂ ਦੁਨੀਆ ਪੈਦਾ ਹੁੰਦੀ ਉਹਦੇ ਬਾਬਤ ਵੀ ਬਾਣੀ ਸਮਝਾਉਂਦੀ ਹੈ। ਹੁਣ ਅਸੀਂ ਆਪ ਮੈਲੇ ਹਾਂ, ਸਾਨੂੰ ਐਸੇ ਅਲਫਾਜ਼ਾਂ ਵਿੱਚ ਮੈਲ ਲੱਗਦੀ ਹੈ। ਸ਼ੀਸ਼ਾ ਤੇ ਉਹੀ ਦਿਖਾਵੇਗਾ ਜਿੱਦਾਂ ਦਾ ਤੇਰਾ ਚਿਹਰਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਬੋਲ ਮੈਂ ਕੰਪੈਰੇਟਿਵਲੀ ਦੱਸ ਦੇਵਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਮ ਬਾਣੀ 'ਚ ਇਹ ਗੱਲ ਕਹੀ ਵੀ ਜਿਹੜਾ ਕਾਮ ਇੰਦਰਾ ਹੈ ਨਾ ਮਰਦ ਦਾ, ਜਿਵੇਂ ਸੁੰਨਤ ਕਰਵਾਉਂਦੇ ਨੇ ਮੁਸਲਮਾਨ ਵੀਰ, ਕਹਿੰਦੇ ਕਿ ਇਸਲਾਮ ਵਿੱਚ ਲਿਖੇ ਉਸ ਮੱਤ ਵਿੱਚ, ਹਦੀਸਾਂ ਵਿੱਚ, ਕੁਰਾਨ ਵਿੱਚ ਲਿਖੇ ਬਚਨ ਕਮਾਉਣ ਦੀ ਬਜਾਏ ਕੇਵਲ ਤੁਸੀਂ ਆਖੋ ਸੁੰਨਤ ਕਰਵਾਉਣ ਨਾਲ ਸੱਚੇ ਮੁਸਲਮਾਨ ਬਣ ਜਾਈਦਾ, ਤੇ ਨਹੀਂ। ਕਬੀਰ ਜੀ ਨੂੰ ਜ਼ੋਰ ਲਾਇਆ ਸੀ ਮੁਸਲਮਾਨ ਬਣੋ। ਕਹਿੰਦੇ ਜੋ ਰੇ ਖੁਦਾਏ ਮੋਹੇ ਤੁਰਕ ਕਰੇਗਾ, ਆਪਨ ਹੀ ਘਟ ਜਾਈ। ਕਬੀਰ ਜੀ ਕਹਿੰਦੇ ਤੇ ਫਿਰ ਸੁੰਨਤ ਉੱਤੋਂ ਹੀ ਹੋ ਕੇ ਆਉਣੀ ਚਾਹੀਦੀ ਸੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕੈਸੀ ਸੁੰਨਤ ਚਾਹੀਦੀ ਹੈ? ਕਹਿੰਦੇ ਸਰਮ ਸੁੰਨਤ ਸੀਲ ਰੋਜਾ ਹੋ ਮੁਸਲ ਮਾਨ। ਤੂੰ ਸੱਚਾ ਮੁਸਲਮਾਨ ਬਣਨਾ ਹੈ ਨਾ, ਮੰਦੇ ਕਰਮਾਂ ਨੂੰ ਕੱਟ ਲੈ, ਭਾਵ ਕੇ ਸੁੰਨਤ ਕਰ ਲੈ। ਇਹ ਸੁੰਨਤ ਕਰ। ਸੀਲ ਰੋਜਾ, ਜਤ ਸਤ ਦਾ ਧਾਰਨ ਕਰ।
ਇਹ ਰੋਜ਼ਾ ਰੱਖ, ਇਹ ਵਰਤ ਰੱਖ ਵੀ ਹੱਥਾਂ ਨਾਲ ਇੰਦਰੀਆਂ ਨਾਲ ਬੁਰੇ ਕਰਮ ਨਹੀਂ ਕਰਨੇ। ਹੁਣ ਲਿੰਗ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ, ਹੋਵਹਿ ਲਿੰਗ ਝਿੰਗ ਨਹਿ ਹੋਵਹਿ ਐਸੀ ਕਹੀਐ ਸੂਰਤ। ਹੁਣ ਜੈਸੇ ਵੀ ਅਰਥਕ ਉਸੇ ਤਰ੍ਹਾਂ ਦੇ ਅਰਥ ਕੀਤੇ ਜਾ ਸਕਦੇ ਨੇ। ਅੱਗੇ ਵੀ ਕਹਿੰਦੇ ਨੇ ਨਾ, ਜੋ ਉਸ ਇਛੇ ਸੋ ਫਲ ਪਾਏ ਤਾਂ ਨਾਨਕ ਕਹੀਐ ਮੂਰਤ। ਇਹੀ ਲਫ਼ਜ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਰਤੇ ਨੇ। ਮੁਸ਼ਕਿਲ ਕੀ ਹੈ? ਉਪਦੇਸ਼ ਸਿੱਧਾ ਹੈ। ਕਹਿੰਦੇ ਸੁਨਤ ਕਰਾਇਆ ਇਹ ਗੱਲ ਨਹੀਂ ਬਣਦੀ। ਇਸਲਾਮ ਦੀ ਸਿੱਖਿਆ ਵੀ ਤੇ ਅੰਦਰ ਧਾਰਨਾ, ਜੇ ਤੂੰ ਸੱਚਾ ਮੁਸਲਮਾਨ ਹੈ ਤੇ। ਅਹਨਸ ਪ੍ਰੀਤ ਸ਼ਬਦ ਸਾਚੈ ਹਰ ਸਰਵਾਸਾ ਪਾਵਣਿਆ। ਜਿਹੜਾ ਅਸਲ ਦੇ ਵਿੱਚ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਉਸ ਪਰਮਾਤਮਾ ਦੇ ਗੀਤ ਗਾਉਂਦਾ ਹੈ, ਉਸ ਪਰਮਾਤਮਾ ਦੇ ਨਾਲ ਪ੍ਰੀਤੀ ਪਾਉਂਦਾ ਹੈ। ਪ੍ਰੀਤ ਕਰੇ ਪ੍ਰਭ ਪਾਇਤ ਹੈ, ਉਸ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੈ। ਚਾਹੇ ਉਹ ਹਿੰਦੂ ਵੀਰ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਿੱਖ ਹੈ। ਜੇ ਵਸਤਰ ਕੇਵਲ ਦਿਖਾਵੇ ਦੇ ਨੇ, ਅੰਦਰ ਰੱਬ ਦਾ ਨਾਮ ਨਹੀਂ ਤੇ ਵਸਤਰ ਕੰਮ ਨਹੀਂ ਆਉਂਦੇ। ਸੋ ਇਸ ਕਰਕੇ ਖਿਆਲ ਰੱਖਣਾ, ਸਿਧਾਂਤ ਵੀ ਜ਼ਰੂਰੀ ਨੇ ਤੇ ਖੰਡੇ ਦੀ ਪੌਲ ਵੀ ਜ਼ਰੂਰੀ ਹੈ, ਚਿੰਨ੍ਹ ਵੀ ਜ਼ਰੂਰੀ ਨੇ। ਜੇ ਚਿੰਨ੍ਹ ਨਾ ਧਾਰੇ ਹੋਣ ਤੇ ਪਤਾ ਨਹੀਂ ਲੱਗੇਗਾ ਤੁਸੀਂ ਕੌਣ ਹੋ, ਕਿਸ ਮਜ਼ਹਬ ਨੂੰ, ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ। ਯੂਨੀਫਾਰਮ ਨਾ ਹੋਵੇ ਤੇ ਪਤਾ ਨਹੀਂ ਲੱਗੇਗਾ ਕਾਕਾ ਕਿਹੜੇ ਸਕੂਲ ਪੜ੍ਹਦਾ ਹੈ। ਗੁਰੂ ਪਾਤਸ਼ਾਹ ਅੱਗੇ ਹੁਣ ਅਕਾਲ ਪੁਰਖ ਦੀ ਅਖੀਰਲੀ ਪੌੜੀ ਦੇ ਵਿੱਚ ਅਗੰਮੀ ਵਡਿਆਈ ਬਿਆਨ ਕਰਦੇ ਨੇ, ਜਿੱਥੋਂ ਤੁਹਾਨੂੰ ਸਮਝ ਲੱਗੇਗੀ ਵੀ ਇਹ ਰਚਨਾ ਕਿਸ ਦੀ ਹੈ। ਵੈਸੇ ਤੇ ਕੱਲੀ ਕੱਲੀ ਪੰਕਤੀ ਨੇ ਇਹ ਪੱਖ ਜ਼ਾਹਰ ਕਰ ਦਿੱਤਾ ਹੈ ਵੀ ਅਕਾਲ ਪੁਰਖ ਦੀ ਵਡਿਆਈ ਹੈ। ਮਹਾਰਾਜ ਆਖਣ ਲੱਗੇ, ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕੈ ਹੋ। ਕਹਿੰਦੇ ਇੱਦਾਂ ਕਰੋ, ਦੇਵੀ ਦੇਵਤੇ ਸਾਧੂ ਸਤਪੁਰਸ਼ ਇਹਨਾਂ 'ਚ ਕੁਝ ਨਾ ਕੁਝ ਗੁਣ ਨੇ। ਤੁਸੀਂ ਲਿਖਣ ਵੀ ਲੱਗ ਪਓ ਤੇ ਗੁਣਾਂ ਨੂੰ ਆਪਣੀ ਕਲਮ ਦੇ ਘੇਰੇ 'ਚ ਸਮੇਟ ਸਕਦੇ ਹੋ ਵੀ ਇੰਨੇ ਕੀ ਗੁਣ ਨੇ। ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕੈ ਹੋ। ਤੁਸੀਂ ਜਿੰਨੇ ਵੀ ਦੀਪ ਨੇ ਨਾ, ਗ੍ਰਹਿ ਨੇ, ਇਹ ਜਿਤਨੇ ਵੀ ਖੰਡ ਨੇ ਧਰਤੀ ਦੇ, ਜਿੰਨੇ ਵੀ ਟੁਕੜੇ ਨੇ ਜੋ ਸਮੁੰਦਰਾਂ ਦੇ ਘੇਰੇ ਵਿੱਚ ਨੇ, ਇਹ ਸਾਰੇ ਟੁਕੜਿਆਂ ਦਾ ਕਾਗਜ਼ ਬਣਾ ਲਓ ਵੀ ਇਹਨਾਂ ਕਾਗਜ਼ ਤਿਆਰ ਕਰ ਲਵੋ। ਅਰ ਸਾਤ ਸਮੁੰਦਰਨ ਕੀ ਮਸ ਕੈ ਹੋ। ਮਸ ਕਹਿੰਦੇ ਨੇ ਸ਼ਾਹੀ ਨੂੰ, ਸੰਸਕ੍ਰਿਤ ਵਿੱਚ ਮਸ ਕਿਹਾ ਜਾਂਦਾ ਸ਼ਾਹੀ ਨੂੰ। ਕਹਿੰਦੇ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਜਲ ਦੀ ਸ਼ਾਹੀ ਬਣਾ ਲਵੋ। ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਣੈ ਹੋ। ਤੇ ਜਿੰਨੇ ਵੀ ਰੁੱਖ ਨੇ ਨਾ, ਸਾਰੇ ਹੀ ਕੱਟ ਦਿਓ, ਇਹਨਾਂ ਦੀਆਂ ਕਲਮਾਂ ਕੱਢ ਲਵੋ, ਲੱਕੜ ਦੀਆਂ ਕਲਮਾਂ ਕੱਢ ਲਵੋ, ਸਾਰੇ ਦੀਪਾਂ ਦਾ ਕਾਗਜ਼ ਬਣਾ ਲਵੋ ਤੇ ਸਮੁੰਦਰਾਂ ਦੇ ਜਲ ਦੀ ਸਾਰੀ ਸ਼ਾਹੀ ਬਣਾ ਲਵੋ। ਸਾਰਸਵਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੈ ਹੱਥ ਲਖੈ ਹੋ। ਦੇਵੀ ਸਰਸਵਤੀ ਨੂੰ ਆਖੋ ਤੂੰ ਹੁਣ ਰੱਬ ਦੇ ਗੀਤ ਸੁਣਾ। ਤੇ ਕਹਿੰਦੇ ਇਨਸਾਨ ਤੇ ਲਿਖ ਨਹੀਂ ਨਾ ਸਕੇਗਾ, ਉਹ ਵਿਦਿਆ ਦੀ ਦੇਵੀ ਕਹੀ ਗਈ ਹੈ, ਵਿਦਵਾਨ ਬੜੀ ਹੈ। ਕਹਿੰਦੇ ਹੁਣ ਤੁਸੀਂ ਇੱਦਾਂ ਕਰੋ, ਗਣੇਸ਼ ਜੀ ਨੂੰ ਕਹੋ ਤੁਸੀਂ ਇਹ ਕਲਮ ਫੜ ਲਓ, ਰੱਬ ਦੇ ਗੀਤ ਲਿਖਣੇ ਨੇ, ਗੁਣ ਲਿਖਣੇ ਨੇ। ਗਣੇਸ਼ ਵਿਸ਼ਨੂੰ ਜੀ ਦਾ ਉਹਨਾਂ ਨੂੰ ਵਰ ਸੀ, ਅਖੇ ਜਿਹੜਾ ਉਹਨਾਂ ਨੂੰ ਧਿਆਵੇਗਾ ਸਾਰੇ ਕਾਰਜ ਹੋਣਗੇ। ਤਾਂ ਹੀ ਹਿੰਦੂ ਮਤ ਵਾਲੇ ਕਵਿਤਾ ਦਾ ਉਚਾਰਨ ਕਰਨਾ ਹੈ ਜਾਂ ਘਰ-ਬਾਰ ਕੋਈ ਕਾਰਜ ਆਰੰਭ ਕਰਨਾ ਹੈ, ਉਹ ਧਿਆਉਂਦੇ ਨੇ ਗਣੇਸ਼ ਜੀ ਨੂੰ। ਤੇ ਸਿੱਖ ਕਿਸ ਨੂੰ ਧਿਆਉਂਦਾ ਹੈ? ਅਕਾਲ ਪੁਰਖ ਨੂੰ, ਪਰਮਾਤਮਾ ਨੂੰ, ਪਰਮੇਸ਼ਵਰ ਨੂੰ, ਜਿਹੜਾ ਸਭ ਦੇਵੀ ਦੇਵਤੇ ਰਹਿਬਰਾਂ ਦਾ ਕਰਤਾ ਧਰਤਾ ਹੈ, ਜੋ ਕੁੱਲ ਕਾਇਨਾਤ ਦਾ ਮਾਲਕ ਹੈ। ਹੁਣ ਗੁਰੂ ਪਾਤਸ਼ਾਹ ਆਖਣ ਲੱਗੇ, ਸ੍ਰੀ ਗਣੇਸ਼ ਜੀ ਜਿਹੜੇ ਨੇ ਨਾ, ਉਹਨਾਂ ਨੂੰ ਇਹ ਵੀ ਵਾਰ ਹੈ। ਬ੍ਰਹਮ ਵਿਵਰਤ ਪੁਰਾਣ ਵਿੱਚ ਜ਼ਿਕਰ ਹੈ, ਹੋਰਾਂ ਪੁਰਾਣਾਂ ਵਿੱਚ ਵੀ ਜ਼ਿਕਰ ਹੈ ਵੀ ਉਹ ਬੜੇ ਤੇਜ਼ ਲਿਖਾਰੀ ਨੇ। ਕਹਿੰਦੇ ਉਹਨਾਂ ਨੂੰ ਲਿਖਣ ਲਾ ਲਵੋ। ਸਰਸਵਤੀ ਉਹਦੇ ਗੀਤ ਗਾਵੇ, ਗਣੇਸ਼ ਜੀ ਉਹਦੇ ਗੀਤਾਂ ਨੂੰ ਲਿਖਣ। ਸਮੁੰਦਰਾਂ ਦੀ ਸ਼ਾਹੀ, ਦੀਪਾਂ ਦਾ ਕਾਗਜ਼, ਰੁੱਖਾਂ ਦੀਆਂ ਕਲਮਾਂ ਬਣਾ ਲਿਓ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਅੰਤ ਨੂੰ ਇਹੀ ਗੱਲ ਕਹਾਂਗਾ,
काल कृपान बिना बिनती ना तऊ तुम को प्रभ नैकर जय हो। उस अकाल पुरख दे गीतां दा अंत सरस्वती देवी नहीं पा सकती, जितने भी गणेश जी वर्गे महापुरुष ने नहीं पा सकते। अकाल पुरख दी बुलंद हस्ती ऐसी है। काल किरपान, जिहदे हथ विच हुक्म रूपी किरपान है। ਗਿਆਨ ਦੀ ਤਲਵਾਰ ਹੈ, ਵਿਕਾਰਾਂ ਨੂੰ ਕੱਟ ਦਿੰਦਾ ਹੈ, ਸਾਡੇ ਕਾਮ ਕ੍ਰੋਧ ਨੂੰ। ਹੁਕਮ ਦੀ ਤਲਵਾਰ ਹੈ, ਜਿਹੜਾ ਆਪਣੇ ਹੁਕਮ ਵਿੱਚ ਦੋ ਧਾਰਾ ਖੰਡਾ ਲੈ ਕੇ ਚੱਲਦਾ ਹੈ। ਭਾਵ ਕੀ ਹੈ? ਇੱਕ ਧਾਰ ਦੁਨੀਆ ਪੈਦਾ ਹੋ ਰਹੀ ਹੈ, ਦੂਜੀ ਧਾਰ ਖਾਤਮਾ ਕਰ ਰਿਹਾ ਹੈ। ਕਹਿੰਦੇ ਜਿਹੜਾ ਉਹ ਨਾ ਕਿਰਪਾਨ ਨੂੰ, ਹੁਕਮ ਨੂੰ ਧਾਰਨੇ ਵਾਲਾ ਪਰਮਾਤਮਾ, ਜਿੰਨੇ ਵੀ ਕਹਿੰਦੇ ਤੁਸੀਂ ਕਰਮ ਕਰ ਲਓ, ਜਿਤਨੇ ਵੀ ਗੀਤ ਗਾ ਲਵੋ, ਉਹਦਾ ਅੰਤ ਤੁਸੀਂ ਨਹੀਂ ਪਾ ਸਕੋਗੇ। ਸਮੁੰਦਰਾਂ ਦੇ ਅੰਤ ਪਾਉਣ ਦੀ ਲੋੜ ਨਹੀਂ ਹੈ। ਚੁੱਭੀ ਲਓ ਤੇ ਆਨੰਦ ਲਓ, ਉਹਦੇ ਗੀਤ ਗਾਓ ਤੇ ਆਨੰਦ ਲਓ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ। ਉਹਦਾ ਅੰਤ ਨਹੀਂ ਪੈ ਸਕਦਾ। ਗੁਰੂ ਨਾਨਕ ਸਾਹਿਬ ਨੇ ਹੂ ਬਹੂ ਇਹੀ ਬਚਨ ਪ੍ਰਗਟ ਕੀਤੇ ਨੇ। ਅਲਫਾਜ਼ ਕੁਝ ਵੱਖਰੇ ਨੇ। ਨਾਨਕ ਕਾਗਦ ਲੱਖ ਮਣਾ ਪੜ੍ਹ ਪੜ੍ਹ ਕੀਚੈ ਭਾਓ। ਲੱਖਾਂ ਮਣ ਕਾਗਜ਼ ਇਕੱਠਾ ਕਰ ਲੈ, ਬੜੇ ਪ੍ਰੇਮ ਨਾਲ ਲਿਖ, ਬੜੇ ਪ੍ਰੇਮ ਨਾਲ ਪੜ੍ਹ। ਕਹਿੰਦੇ ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਹੁਣ ਤੇ ਇੱਥੋਂ ਦੇ ਕਲਮ ਤੇ ਚੱਲਣੀ ਨਹੀਂ। ਕਹਿੰਦੇ ਭਾਵੇਂ ਹਵਾ ਵਾਂਗੂ ਕਲਮ ਚੱਲ ਪਵੇ, ਉਹ ਭਾਵੇਂ ਖੁਦ ਹਵਾ ਆ ਕੇ ਤੇਰੀ ਕਲਮ ਚਲਾਵੇ। ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜੇ ਆਖਾਂ, ਨਾਉ ਫਿਰ ਵੀ ਤੇਰੀ ਕੀਮਤ ਤੇਰੇ ਗੁਣਾਂ ਦਾ ਗਾਨ ਕਰਨਾ, ਅੰਤ ਪਾ ਲੈਣਾ ਇਹ ਹੋ ਨਹੀਂ ਸਕਦਾ। ਸੋ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਜੇ ਉਹ ਰੀਝ ਗਿਆ, ਜੇ ਤੁਹਾਡੇ ਤੇ ਉਹ ਰੀਝ ਗਿਆ, ਕਹਿੰਦੇ ਬੇਨਤੀ ਕਰੋ ਉਸ ਤੇ ਅੱਗੇ। ਕਾਲ ਕਿਰਪਾਨ ਬਿਨਾ ਬਿਨਤੀ, ਬਿਨਾ ਬਿਨਤੀ ਤੋਂ ਰੀਝਦਾ ਨਹੀਂ ਹੈ। ਉਹਦੇ ਅੱਗੇ ਬੇਨਤੀ ਕਰੋ। ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਨੇ, ਅਕਾਲ ਪੁਰਖ ਅੱਗੇ ਬੇਨਤੀ ਕਰੋ। ਆਪ ਤਿਆਗ ਬਿਨਤੀ ਕਰ ਹੈ, ਲੇਹੋ ਪ੍ਰਭੂ ਲੜ ਲਾਏ। ਇਹ ਤਰਲਾ ਲਿਆ ਕਰੋ ਅਕਾਲ ਪੁਰਖ ਦਾ। ਕੀ ਕਹਿਣਾ ਹੈ? ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ। ਨੀਵਾਂ ਹੋ ਕੇ ਉਹਦੇ ਅੱਗੇ ਬੇਨਤੀ ਕਰ। ਕੀ ਕਹਿਣਾ ਹੈ? ਨਾਨਕ ਤੁਮਰੀ ਕਿਰਪਾ ਤਰੈ। ਅਕਾਲ ਪੁਰਖ ਅਸੀਂ ਸਭ ਰਹਿਬਰਾਂ ਮਹਾਂਪੁਰਸ਼ਾਂ ਅਵਤਾਰਾਂ ਦਾ, ਹਰ ਧਰਮ ਦੇ ਮੁਰਸ਼ਿਦਾਂ ਦਾ ਅਦਬ ਕਰਦੇ ਹਾਂ, ਪਰ ਸਿੱਖ ਕੇਵਲ ਅਕਾਲ ਪੁਰਖ ਦੀ ਸ਼ਰਨ ਹੈ। ਨਾਨਕ ਅਨੰਦ ਭਏ ਦੁੱਖ ਭਾਗੇ ਸਦਾ ਸਦਾ ਹਰ ਜਾਪ। ਜਿਹੜਾ ਉਹਦੀ ਸ਼ਰਨ ਆਇਆ, ਉਹਦੇ ਜੀਵਨ 'ਚੋਂ ਸਾਰੇ ਹੀ ਦੁੱਖ ਕੱਟੇ ਜਾਂਦੇ ਨੇ। ਅਕਾਲ ਪੁਰਖ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹ ਮਹਾਨ ਰਚਨਾ ਬਚਿੱਤਰ ਨਾਟਕ, ਜੋ ਦਸਮ ਗ੍ਰੰਥ ਵਿੱਚ ਜੋੜਦੀ ਹੈ। ਇਹ ਬਚਿੱਤਰ ਨਾਟਕ ਦਾ ਪਹਿਲਾ ਅਧਿਆਇ ਹੈ। ਇਹਦੇ ਤੋਂ ਬਾਅਦ ਵਿੱਚ ਆਪਾਂ ਚੰਡੀ ਦੀ ਵਾਰ ਦੀ ਕਥਾ ਵੀ ਇਸੇ ਬਾਣੀ 'ਚੋਂ ਕਰ ਚੁੱਕੇ ਹਾਂ। ਜਾਂ ਆਟੋਬਾਇਓਗ੍ਰਾਫੀ ਦੀ ਆਪਾਂ ਕਈ ਵਾਰ ਕਥਾ ਕਰਦੇ ਹੁੰਦੇ ਹਾਂ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ। ਇਹ ਬਚਿੱਤਰ ਨਾਟਕ 'ਚੋਂ ਸਾਨੂੰ ਸਮਝ ਪੈਂਦੀ ਹੈ ਵੀ ਇੱਕ ਪੰਥ ਚਲਾਇਆ ਹੈ ਕਲਗੀਧਰ ਨੇ ਅਕਾਲ ਪੁਰਖ ਦੇ ਹੁਕਮ ਵਿੱਚ। ਯਹੀ ਕਾਜ ਧਰਾ ਹਮ ਜਨਮੰ, ਸਮਝ ਲੇਹੋ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਪਾਰਨ। ਅਕਾਲ ਪੁਰਖ ਨੇ ਕਾਹਦੇ ਲਈ ਭੇਜਿਆ? ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ। ਕਲਗੀਧਰ ਕਹਿੰਦੇ ਮੈਨੂੰ ਸਿੱਖ ਪੰਥ ਤੋਂ ਖਾਲਸਾ ਪੰਥ ਵਿੱਚ ਤਬਦੀਲ ਕਰਨ ਲਈ ਇਸ ਮਹਾਨ ਧਰਮ ਨੂੰ ਅਕਾਲ ਪੁਰਖ ਨੇ ਭੇਜਿਆ। ਗੁਰੂ ਨਾਨਕ ਦੀ ਜੋਤ ਦੇ 10ਵੇਂ ਵਾਰਸ ਬਣਾ ਕੇ ਕਹਿੰਦੇ ਮੈਂ ਦੱਸ ਦੇਵਾਂ ਲੋਕਾਂ ਨੂੰ, ਯਹੀ ਕਾਜ ਧਰਾ ਹਮ ਜਨਮੰ। ਜਿਹੜੇ ਵੀਰ ਕਹਿੰਦੇ ਆ ਸ਼ਾਇਦ ਦਸਮ ਬਾਣੀ ਸਨਾਤਨ ਮਤ ਨਾਲ ਜੋੜਦੀ ਹੈ, ਨਹੀਂ, ਇਹਦੇ 'ਚ ਹੀ ਦਾਵਾ ਕੀਤਾ ਹੈ ਕਲਗੀਧਰ ਪਾਤਸ਼ਾਹ ਨੇ ਵੀ ਮੈਂ ਧਰਮ ਵੱਖਰਾ ਕੀਤਾ ਹੈ। ਹਿੰਦੂ ਵੀਰਾਂ ਕੋਲ ਜੰਝੂ ਹੈ, ਅਦਬ ਹੈ ਉਹਨਾਂ ਦੇ ਧਰਮ ਦਾ। ਇਸਲਾਮ ਆਪਣੀ ਮਰਿਆਦਾ ਵਿੱਚ ਕਾਇਮ ਹੈ, ਹਰ ਧਰਮ ਦਾ ਅਸੀਂ ਅਦਬ ਕਰਦੇ ਹਾਂ। ਪਰ ਸਿੱਖਾ ਤੇਰੇ ਜਿਹੜੇ ਚਿੰਨ੍ਹ ਨੇ ਉਹ 5 ਕਕਾਰ ਨੇ। ਜਿਵੇਂ 5 ਕਕਾਰ ਨੇ, ਇੱਦਾਂ ਹੀ ਦਸਮ ਮਹਾਰਾਜ ਦੀਆਂ ਬਾਣੀਆਂ ਨੇ, ਆਦਿ ਮਹਾਰਾਜ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੇ। ਸੋ 5 ਬਾਣੀਆਂ 'ਤੇ ਸਾਡਾ ਆਪਣੇ ਇਸ਼ਟ ਦੀਆਂ ਰਚਨਾਵਾਂ 'ਤੇ ਭਰੋਸਾ ਚਾਹੀਦਾ ਹੈ। 5 ਬਾਣੀਆਂ 5 ਵਿਕਾਰਾਂ ਦਾ ਖਾਤਮਾ ਕਰਦੀਆਂ ਨੇ। ਖੰਡੇ ਦੀ ਪੌਲ ਬਖਸ਼ ਕੇ ਸਾਡਾ ਇੱਕ
ਵੱਖਰਾ ਇਤਿਹਾਸ ਸਿਰਜਦੀਆਂ ਨੇ, ਕਿਉਂਕਿ ਕੇਸ ਤੇ ਹਿੰਦੂ ਮੁਸਲਮਾਨ ਵੀ ਰੱਖ ਲੈਂਦੇ ਨੇ। ਤੇ ਜੇ ਤੁਹਾਡੇ ਕੋਲ ਖੰਡੇ ਦੀ ਪਹੁਲ 5 ਕਕਾਰ ਨਹੀਂ, ਤੁਸੀਂ ਦਾਵਾ ਨਹੀਂ ਕਰ ਸਕਦੇ ਕੌਣ ਹੋ, ਕਿਉਂਕਿ ਪਹਿਚਾਣ ਸਿੱਖ ਦੀ 5 ਚਿੰਨ੍ਹ ਨੇ, ਖੰਡੇ ਦੀ ਪਹੁਲ ਹੈ। ਔਰ ਇਹ ਧਰਮ ਚੱਲਿਆ ਹੈ, ਗੁਰੂ ਨਾਨਕ ਸਾਹਿਬ ਦੇ ਸਿੱਖ ਪੰਥ ਨੂੰ ਖਾਲਸਾ ਪੰਥ ਵਿੱਚ ਤਬਦੀਲ ਕੀਤਾ ਗਿਆ ਹੈ। ਸੋ ਇਹ ਸਾਰਾ ਹੀ ਨਿਰਣਾ ਦਸਮ ਦੀ ਬਾਣੀ ਕਰਦੀ ਹੈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤ ਪ੍ਰਥਮ ਧਿਆਏ ਸੰਪੂਰਨ ਸ਼ੁਭ ਮਸਤ ਅਫਿਊ। ਇਹਦਾ ਕੀ ਮਤਲਬ ਹੈ? ਇਤ ਦਾ ਭਾਵ ਹੈ ਸਮਾਪਤੀ ਬੋਧਕ ਲਫ਼ਜ਼, ਵੀ ਇੱਥੇ ਹੁਣ ਇਹ ਹੁਣ ਅਕਾਲ ਪੁਰਖ ਦੀ ਵਡਿਆਈ ਦਾ ਜਿਹੜਾ ਪੱਖ ਹੈ ਨਾ, ਇੱਥੇ ਮਹਾਰਾਜ ਕਹਿੰਦੇ ਨੇ ਮੈਂ 101 ਛੰਦਾਬੰਦੀ 'ਚੋਂ ਦੀ ਵਡਿਆਈ ਕਰਕੇ ਇੱਥੇ ਸਮਾਪਤੀ ਕਰ ਦਿੱਤੀ ਹੈ। ਧਿਆਏ ਦਾ ਮਤਲਬ ਹੁੰਦਾ ਇਹ ਗ੍ਰੰਥ ਦਾ ਇੱਕ ਹਿੱਸਾ ਹੈ, ਦਸਮ ਬਾਣੀ ਦਾ ਇੱਕ ਹਿੱਸਾ ਹੈ। ਸ਼੍ਰੀ ਕਾਲ ਜੀ ਕੀ ਉਸਤਤ, ਅਕਾਲ ਪੁਰਖ ਦੀ ਉਸਤਤ ਵਿੱਚ ਮੈਂ ਗਾਇਆ ਹੈ। ਪ੍ਰਥਮ ਧਿਆਏ ਸੰਪੂਰਨ ਸ਼ੁਭ ਮਸਤ, ਪ੍ਰਥਮ ਇਹ ਪਹਿਲਾ ਧਿਆਏ ਸੀ, ਬਚਿੱਤਰ ਨਾਟਕ ਦਾ ਪਹਿਲਾ ਭਾਗ ਹੈ। ਸ਼ੁਭ ਮਸਤ, ਸੁਭੰਗ, ਸੁਭੰਗ ਦਾ ਮਤਲਬ ਹੈ ਅਸ਼ੀਰਵਾਦ, ਅਕਾਲ ਪੁਰਖ ਦੇ ਅਸ਼ੀਰਵਾਦ ਨਾਲ ਮਹਾਰਾਜ ਕਹਿੰਦੇ ਮੈਂ ਇਹ ਲਿਖਿਆ ਹੈ। ਅੱਗੇ ਹੈ ਮਸਤ ਹੈ, ਅਕਾਲ ਪੁਰਖ ਦੇ ਅਸ਼ੀਰਵਾਦ ਨਾਲ ਇਹ ਗ੍ਰੰਥ ਲਿਖਿਆ ਹੈ, ਉਹਦੀ ਕਿਰਪਾ ਨਾਲ ਮੈਂ ਲਿਖ ਸਕਿਆ ਹਾਂ। ਇੱਥੋਂ ਹੀ ਸਮਝ ਲੱਗਦੀ ਹੈ ਵੀ ਕਿਸੇ ਸਨਾਤਨ ਮਤੀ ਕਵੀ ਨੇ ਨਹੀਂ ਲਿਖਿਆ, ਉਸਨੇ ਲਿਖਣਾ ਸੀ ਬੀਬੀ ਸਰਸਵਤੀ ਜੀ ਜਾਂ ਗਣੇਸ਼ ਜੀ ਦੀ ਕਿਰਪਾ ਨਾਲ ਲਿਖਿਆ ਹੈ। ਇਹ ਕਲਗੀਧਰ ਦੇ ਬੋਲ ਨੇ, ਕਹਿੰਦੇ ਅਕਾਲ ਪੁਰਖ ਤੇਰੀ ਕਿਰਪਾ ਨਾਲ, ਸ਼੍ਰੀ ਸ਼੍ਰੋਮਣੀ ਅਕਾਲ ਪੁਰਖ ਦੀ ਕਿਰਪਾ ਨਾਲ ਲਿਖਿਆ ਹੈ। ਸੰਪੂਰਨ ਸ਼ੁਭ ਮਸਤ ਅਫਜੂ, ਫਾਰਸੀ ਦਾ ਲਫ਼ਜ਼ ਹੈ ਅਫਜੂ। ਅਫਜੂ ਦਾ ਭਾਵ ਹੁੰਦਾ ਅਧਿਕ, ਇਹਦੇ ਤੋਂ ਅੱਗੇ ਵੀ ਮੇਰੀ ਬਾਣੀ ਹੈ, ਅੱਗੇ ਵੀ ਮਹਾਰਾਜ ਕਹਿੰਦੇ ਮੇਰੀ ਬਾਣੀ ਚੱਲੇਗੀ। ਸੋ ਮਹਾਰਾਜ ਦੀ ਬਾਣੀ ਇਸ ਮਹਾਨ ਰਚਨਾ ਦਾ ਇੱਥੇ ਮੈਂ ਵਿਸ਼ਰਾਮ ਦੇ ਕੇ ਸਮਾਪਤੀ ਕਰਦਾ ਹਾਂ। ਅਰਦਾਸ ਬੇਨਤੀ ਕਰ ਦਵੇ, ਜਿਹੜੀ ਗੁਰੂ ਪਾਤਸ਼ਾਹ ਦੀ ਬਾਣੀ ਹੈ, ਮਹਾਰਾਜ ਨੇ ਸਾਫ਼ ਕਿਹਾ ਹੈ ਦਸਮ ਕਥਾ ਭਗਉਤ ਕੀ ਪਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੇ ਚਾਏ। ਸਿੱਖਾ ਧਰਮ ਜੁਧ ਦਾ ਚਾਅ ਪੈਦਾ ਕਰਨ ਲਈ ਉਚਾਰੀ ਹੈ। ਔਰ ਕਲਗੀਧਰ ਮਹਾਰਾਜ ਦੇ ਇਹ ਬੋਲ ਨੇ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰਤਾ ਗੱਦੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ। ਔਰ ਇਸ ਗੱਲ ਦਾ ਖਿਆਲ ਰੱਖਿਓ, ਜਿਹੜੇ ਮੇਰੇ ਵੀਰ ਕਹਿ ਦਿੰਦੇ ਨਾ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਹੋਰ ਕਿਸੇ ਵੀ ਧਾਰਮਿਕ ਗ੍ਰੰਥ ਦੀ, ਇਤਿਹਾਸਕ ਗ੍ਰੰਥ ਦੀ ਕਥਾ ਨਹੀਂ ਹੋ ਸਕਦੀ, ਉਹ ਭੁੱਲ ਰਹੇ ਨੇ ਵੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਵੀ ਕਿਤੇ ਧਿਆਨ ਦਿਓ, ਪਹਿਲੇ ਪਾਤਸ਼ਾਹ ਦੀ ਹਜ਼ੂਰੀ 'ਚ ਭਾਈ ਮਰਦਾਨਾ ਜੀ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ। 10ਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ 52 ਕਵੀ ਗੀਤ ਗਾਉਂਦੇ ਨੇ। ਆ ਜਦੋਂ ਤੁਹਾਡੇ ਬੱਚਿਆਂ ਦਾ ਵਿਆਹ ਹੁੰਦਾ ਹੈ, ਬੱਚੇ ਬੱਚੀ ਨੂੰ ਸਿੱਖਿਆ ਵੀ ਉੱਠ ਕੇ ਪ੍ਰਬੰਧਕ ਦਿੰਦੇ ਨੇ, ਉਹ ਤੇ ਬੋਲ ਸਕਦੇ ਨੇ, ਸੇਵਾਦਾਰ ਗੁਰੂ ਕੇ ਬੋਲ ਸਕਦੇ ਨੇ, ਪ੍ਰਧਾਨ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਵਾਲੇ ਬੋਲ ਸਕਦੇ ਨੇ, ਗੁਰੂ ਕੇ ਵਜ਼ੀਰ ਬੋਲ ਸਕਦੇ ਨੇ, ਆ ਲੀਡਰ ਆ ਕੇ ਵੀ ਬੋਲ ਸਕਦੇ ਨੇ, ਕਈਆਂ ਦਾ ਜਿਨ੍ਹਾਂ ਦਾ ਧਾਰਮਿਕ ਪੱਖ ਕੋਈ ਨਹੀਂ ਹੈ। ਅੱਛਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ, ਗੁਰ ਇਤਿਹਾਸ ਭਾਈ ਨੰਦ ਲਾਲ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ ਤੋਂ ਕੀ ਮੁਸ਼ਕਿਲ ਹੈ? ਇਹ ਅਕਾਲ ਤਖਤ ਸਾਹਿਬ ਦਾ ਵੀ ਫਰਮਾਨ ਹੈ, ਹੁਕਮ ਹੈ। ਉੱਥੇ ਵੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਸਮ ਬਾਣੀ ਭਾਈ ਗੁਰਦਾਸ ਭਾਈ ਨੰਦ ਲਾਲ ਦੀ ਬਾਣੀ ਦਾ ਕੀਰਤਨ ਹੁੰਦਾ ਹੈ। ਔਰ ਸਾਡਾ ਸਿਰ ਅਕਾਲ ਤਖਤ ਸਾਹਿਬ ਅੱਗੇ ਸਦਾ ਝੁਕਦਾ ਹੈ। ਮਰਿਆਦਾ ਨਾਲ ਜੁੜੀਏ, ਖੰਡੇ ਦੀ ਪੌਲ ਛਕੀਏ, ਗੁਰੂ ਵਾਲੇ ਬਣੀਏ। ਇਸ਼ਟ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਔਰ ਸਾਹਿਤ ਜਿੰਨਾ ਵੀ ਹੈ ਸਿੱਖ ਧਰਮ ਦਾ, ਦਸਮ ਬਾਣੀ, ਚਾਹੇ ਉਹ ਭਾਈ ਨੰਦ ਲਾਲ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ, ਗੁਰ ਇਤਿਹਾਸ, ਗੁਰਮੁਖਾਂ ਪਿਆਰਿਆਂ ਦਾ ਇਤਿਹਾਸ, ਉਹਨੂੰ ਸਾਂਭਣਾ ਹੈ। ਅਤੇ ਮੈਂ ਕਹਿ ਦੇਵਾਂ, ਇਹ ਗੁਰੂ ਗ੍ਰੰਥ ਸਾਹਿਬ ਨੇ ਹੀ ਹੁਕਮ ਕੀਤਾ ਜੋ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਸੁਣ ਸਾਖੀ ਮਨ ਜਪ ਪਿਆਰ, ਕਹਿੰਦੇ ਸਾਖੀਆਂ ਸੁਣ, ਇਤਿਹਾਸ ਸੁਣ ਗੁਰਮੁਖਾਂ ਦੇ, ਤੇਰੇ ਅੰਦਰ ਵੀ ਰੱਬ ਪ੍ਰਤੀ ਪ੍ਰੇਮ ਪੈਦਾ ਹੋਵੇ, ਤੇਰਾ ਜੀਵਨ ਸਫਲਾ ਹੋਵੇ। ਦਾਸ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੈ। ਅੱਗੇ ਜੋ ਬੇਨਤੀਆਂ ਨੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਇੱਥੇ ਪਹੁੰਚੇ ਹੋਏ ਨੇ। ਪ੍ਰਧਾਨ ਮੁੱਖ ਸੇਵਾਦਾਰ ਸਰਦਾਰ ਮਨਜਿੰਦਰ ਸਿੰਘ ਦੀ ਸਿਰਸਾ, ਔਰ ਜਿਨ੍ਹਾਂ ਵਿਸ਼ੇਸ਼ ਉਪਰਾਲਾ ਕਰਕੇ ਸਿੱਖ ਜਗਤ ਦੇ ਅੰਦਰ ਜੋ ਦਸਮ ਬਾਣੀ ਪ੍ਰਤੀ ਸ਼ੰਕਾ ਪੈਦਾ ਹੋਇਆ ਸੀ, ਇਹ ਕਾਰਜ ਕੀਤਾ ਹੈ।
सरदार हरमीत सिंह जी कालका जो जनरल सैकटरी ने, सेवादार ने गुरु घर दे, उन्हां दा ये उपराला सी। धर्म प्रचार कमेटी भी मौजूद है, राणा साहब भी इत्थे आए ने, भाजी गोल्डी जी हुणी भी इत्थे पहुँचे ने, सारियां दा धन्नवाद। गुरु ग्रंथ साहब सच्चे पातशाह दा कोटान कोट धन्नवाद। महापुरुष बाबा बचन सिंह जी, बाबा हरनाम सिंह जी पिंडरां वाले, बाबा कश्मीर सिंह जी भूरी वाले, जो इन्हां दिल्ली दे इतिहासिक गुरधामां दीयां सेवावां निभाउंदे ने। और दिल्ली गुरुद्वारा प्रबंधक कमेटी, चाहे वो मैडिकल लाइन विच सेवा है, मैडिकल स्टोरां ते दवाइयां सस्तियां देनियां, चाहे लंगरां दी सेवा है, वध चढ़ के कर रहे ने। सहयोग आप संगत दा ही है, संगत सिर ते हथ रखे ते ये सेवावां हुंदियां ने। और हर गुरुद्वारा प्रबंधक कमेटी दी यही मर्यादा, यही सिद्धांत चाहिदा है भी गुरु धर्म विच, सिख पंथ विच पैदा होए शंकियां दी निवृत्ति इन्हां धार्मिक स्टेजां तो करवाई जावे, क्योंकि गुरु पातशाह ने सानू स्टेज ही तां दित्ती है। सिखा इस गल वल ध्यान दें, गुरु द्वारा होए सोझी पाई सी, गुरुद्वारे सोझी देण लई ने, गुमराह करन लई नहीं। सो इस करके ये सेवावां महाराज सफलियां करन जी। फतेह बुलाओ। वाहिगुरू जी का खालसा, वाहिगुरू जी की। बहुत बहुत धन्यवाद बाबा बंता सिंह जी का, जिन्हों ने कि पिछले 1 तरीक तो लैके अज 8 तरीक तक लगातार 8 दिन इन्होंने दसम ग्रंथ के जो 101 बंदा की अज आप जी नाल विचार साझी की है। साध संगत, दिल्ली सिख गुरुद्वारा प्रबंधक कमेटी वालों पिछले 8 दिनों तो जिवें सेवा चल रही है, आप जी जानते हो जिवें पिछले कई समय तो, थोड़े समय तो लोगों च एक भरम पिया होया सी, वो भरम दूर करने वास्ते दिल्ली सिख गुरुद्वारा प्रबंधक कमेटी ने उपराला किया है कि असी सहब श्री ग्रंथ साहब महाराज ते हजूर गुरु ग्रंथ साहब बख्शी हुई जो साढ़े दसम गुरु की बाणी है, जिहड़ी बाणी असी रोज़ नितनेम विच पढ़ते हैं, जाप साहब, सवैये साहब, चौपाई साहब, जिहड़ी असी रोज़ जिता प्रति अरदास करते हैं, अपनी अरदास के प्रति उन्होंने बाणियां नाल विचार करनी, जो कि असी अज आप जी नाल सारा प्रोग्राम उलीकिया है। मैं धन्यवाद करना भाई साहब जी का, दिल्ली सिख गुरुद्वारा प्रबंधक कमेटी वालों, प्रधान साहब वालों, वीर हरमीत सिंह जी कालका साढ़े प्रधान, श्रोमणी अकाली दल जनरल सकत्तर साहब वालों भी, कि जिन्होंने सारा उपराला किया है। मैं 2 मिनट बेनती कराँगा अपने वीर परमजीत सिंह जी राणा साबका चेयरमैन धर्म प्रचार कमेटी, वो आप जी ने विचार साझे करेंगे। जुगो जुगो टल धन धन श्री गुरु ग्रंथ साहब की निघी गोदी में गुरु प्यारी साध संगत जी, फतेह सांझ करो। वाहिगुरू जी का खालसा, वाहिगुरू जी की फतेह। मैं सिर्फ 2 बेनतियां करने वास्ते आप दे सामने हाज़र होया। पहली गल तो स्पष्ट कर दी कि दिल्ली सिख गुरुद्वारा कमेटी ने कोई इहो जिहा कार्य नहीं किया कि जिहदे विच श्री गुरु ग्रंथ साहब जी नूं आपां किते पिछे करदे होईए। जे गुरु गोबिंद सिंह महाराज जी असीं इस खान ते पहरा देना है, सब सिखन को हुक्म है, गुरु मान्यो ग्रंथ। गुरु केवल ते केवल धन श्री गुरु ग्रंथ साहब है, उस तो इलावा कोई नहीं। ये गल बड़ी स्पष्ट है। मैं वेखदा सी वीडियो एक वीर दी, बड़ा उच्ची उच्ची नारे ला रहा सी। वो भाई जो गल तू कह रहे हैं वो तो असीं खुद मनते हैं, सानू कोई उस भुलेखा तो है ही नहीं इस गल का। धन श्री गुरु ग्रंथ साहब के उत्ते कोई भी गल असीं कर ही नहीं सकते। तो ये गल की बड़ी वड्डी क्लैरिटी अज उन्होंने सिंघां तक पहुँच जानी चाहिए है कि वो गल नूं समझ लैण कि दिल्ली सिख गुरुद्वारा कमेटी वालों कोई भी इहो जिहा कार्य नहीं किया गया। पहले समय दे विच भी ये कथावां इत्थों स्टेज तो होंदियां सन, अज भी इस स्टेज तो हो रही हैं। साडा वचन है कि जिहड़े भुलेखे पे हुए ने उन्होंने दूर करना। विचार हो गई, विचार होने तो बाद फैसला हो गया, फिर फैसला संगत ने करना है कि इनू पढ़ना है कि नहीं पढ़ना। इसी स्टेज के उत्ते सूल सुराई खंजल प्यारा दे अर्थ अनर्थ किए गए सन। असीं तो इन्नी गल कही विचार कर लैंदे आ किहड़ी गल सच है तो किहड़ी गल झूठ है। तो प्रबंधकों की ड्यूटी बनती है कि वो संगत के सामने सच लैके आन। दूजी मैं बेनती करना चाहुंदा, एक अरदास गुरुद्वारा बंगला साहब के सामने जिस दिन इन्होंने प्रोटेस्ट किया उस दिन की है।
ਸਾਡੇ 'ਚ ਪਹਿਲੇ ਹੀ ਬੜੇ ਪਾੜ ਪਾ ਚੁੱਕੇ ਨੇ। ਆਪਾਂ ਸਰਕਾਰਾਂ ਤੇ ਏਜੰਸੀਆਂ ਨੂੰ ਦੋਸ਼ ਦਿੰਦੇ ਹਾਂ, ਅਸੀਂ ਆਪ ਉਸ ਰਸਤੇ ਤੁਰ ਪਏ ਹਾਂ। ਜਿਹੜੀ ਅਰਦਾਸ ਬਾਹਰ ਹੋਈ ਹੈ, ਜਿਹੜੀ ਅਰਦਾਸ ਪੰਥ ਪ੍ਰਮਾਣਿਤ ਹੈ, ਜਿਹਦੇ ਤੇ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਦੇਵ ਧਿਆਏ ਨੂੰ ਛੱਡ ਕੇ ਇੱਕ ਵੱਖਰੀ ਲਾਈਨ ਬੋਲੀ ਗਈ, ਮੈਂ ਉਹ ਲਾਈਨ ਵੀ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਮੈਂ ਵੀ ਉਸ ਪਾਪ ਦਾ ਭਾਗੀਦਾਰ ਬਣ ਜਾਵਾਂਗਾ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਉਹਨਾਂ ਵੀਰਾਂ ਨੂੰ, ਸਾਡੇ 100 ਵਿਚਾਰਾਂ ਦਾ ਮਤਭੇਦ ਹੋ ਸਕਦਾ, ਇਹੋ ਜਿਹੀ ਨਵੀਂ ਅਰਦਾਸ, ਇਹੋ ਜਿਹਾ ਅੰਮ੍ਰਿਤ ਸੰਚਾਰ ਨਾ ਤਿਆਰ ਕਰੋ ਜਿਸ ਨਾਲ ਕਿ ਪੰਥ ਵਿੱਚ ਇੱਕ ਹੋਰ ਨਵੀਂ ਪਾੜ ਪੈ ਜਾਏ। ਅੱਗੇ ਹੀ ਅਸੀਂ ਇੰਨੀਆਂ ਲੜਾਈਆਂ ਲੜ ਕੇ ਇੰਨਾ ਕੁਝ ਕਰਕੇ ਇਸ ਗੁਰਦੁਆਰੇ ਪ੍ਰਬੰਧ ਦੇ ਵਿੱਚ ਇੱਕ ਸੁਚਾਰੂ ਰੂਪ ਲੈ ਕੇ ਆਏ ਹਾਂ। ਇਹ ਨਾ ਹੋਵੇ ਕਿ ਹੁਣ ਨਵੀਂ ਗੱਲ ਹੋ ਜਾਏ, ਕਿਉਂਕਿ ਮੈਨੂੰ ਯਾਦ ਹੈ ਕਿ ਪੰਜਾਬੀ ਬਾਗ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 13 ਅੰਕਾਂ ਦਾ ਅੰਮ੍ਰਿਤ ਸੰਚਾਰ ਹੋਇਆ ਸੀ। ਉਹਨਾਂ ਨੇ 5 ਬਾਣੀਆਂ ਨਾਲ ਅੰਮ੍ਰਿਤ ਸੰਚਾਰ ਨਹੀਂ ਕੀਤਾ। ਇਹਦੇ ਪਿੱਛੇ ਕੌਣ ਨੇ, ਉਹ ਵੀ ਫੋਟੋਆਂ ਸੋਸ਼ਲ ਮੀਡੀਆ ਤੇ ਆ ਗਈਆਂ ਕਿ ਇਹਨਾਂ ਦੇ ਪਿੱਛੇ ਕੌਣ ਹੈਗੇ ਨੇ। ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਇਹ ਨਵਾਂ ਅੰਮ੍ਰਿਤ ਸੰਚਾਰ, ਇਹ ਨਵੀਂ ਅਰਦਾਸ ਕਿਤੇ ਪੰਥ ਹੀ 2 ਨਵੇਂ ਪਾੜ ਹੋਰ ਨਾ ਪਾ ਦੇਵੇ। ਸੋ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਇਹੋ ਜਿਹਾ ਕਾਰਜ ਹੋਵੇ, ਹੱਥ ਜੋੜ ਕੇ ਆਪਣੇ ਵੀਰਾਂ ਲਈ ਅਸੀਂ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼ੇ, ਗੁਰੂ ਦੇ ਚਰਨੀ ਲਾਵੇ, ਗੁਰੂ ਦੀ ਭੈ ਭਾਵਨੀ 'ਚ ਲੈ ਕੇ ਆਵੇ, ਗੁਰੂ ਦੀ ਬਣਾਈ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਉਹ ਸ਼ਾਮਿਲ ਹੋਣ। ਕਿੱਥੇ ਰਸਤਾ ਭਟਕ ਗਏ ਨੇ, ਅੱਜ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਸਟੇਜ 'ਤੇ ਕਿ ਵਾਪਸ ਆਓ, ਆਪਣੇ ਗੁਰੂ ਪੰਥ ਦੇ ਵਿੱਚ ਤਾਕਤ ਵਧਾਓ, ਤਾਂ ਕਿ ਅਸੀਂ ਸਰਕਾਰਾਂ ਕੋਲੋਂ ਆਪਣੀਆਂ ਮੰਗਾਂ ਮੰਗਾ ਸਕੀਏ। ਇਹ ਨਾ ਹੋਵੇ ਕਿ ਅਸੀਂ ਹੋਰ ਕਮਜ਼ੋਰ ਹੋ ਜਾਈਏ। ਵਾਧੀ ਘਾਟੀ ਬੋਲੀ ਗਈ ਤੇ ਮੈਂ ਮਾਫੀ ਚਾਹੁੰਦਾ। ਮੈਂ ਇੱਕ ਵਾਰ ਫਿਰ ਸੰਪਰਦਾ ਦਮਦਮੀ ਟਕਸਾਲ ਦਾ ਧੰਨਵਾਦ ਕਰਦਾ, ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਦਾ, ਬਾਬਾ ਕੁਲਵੰਤ ਸਿੰਘ ਜੀ ਹਜੂਰ ਸਾਹਿਬ ਵਾਲੇ ਸੱਚਖੰਡ ਜਿੱਥੇ ਸੇਵਾ ਕਰਦੇ ਆ, ਉਹਨਾਂ ਦੇ ਥਾਪੜੇ ਨਾਲ ਇਹ ਜਿਹੜੇ ਪ੍ਰਚਾਰ ਸ਼ੁਰੂ ਹੋਏ ਸਨ। ਔਰ ਖਾਸ ਕਰਕੇ ਬਾਬਾ ਬੰਤਾ ਸਿੰਘ ਜੀ ਦਾ, ਜਿਨ੍ਹਾਂ ਨੇ ਵਿਸ਼ੇਸ਼ ਸਮੇਂ ਕੱਢ ਕੇ ਸੰਗਤਾਂ ਦੇ ਨਾਲ ਸਾਂਝ ਪਾਈ ਹੈ। ਵਾਧੀ ਘਾਟੀ ਬੋਲੀ ਗਈ ਤੇ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀ ਪਰਮਜੀਤ ਸਿੰਘ ਜੀ ਰਾਣਾ ਜੀ ਦਾ। ਸਾਧ ਸੰਗਤ ਜੀ, ਅਸੀਂ ਰੋਜ਼ ਅਰਦਾਸ ਕਰਨੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਹੀ ਮੰਨ ਰਹੇ ਹਾਂ, ਲੇਕਿਨ ਅਸੀਂ ਜੋ ਗੁਰੂ ਸਾਹਿਬ ਦੀ ਦਸਮ ਗੁਰਬਾਣੀ ਹੈ ਉਹਦਾ ਇੱਕ ਵਿਚਾਰ ਕੀਤਾ ਹੈ ਤਾਂ ਕਿ ਸਾਡੇ 'ਚੋਂ ਜਿਹੜੇ ਭਰਮ ਨੇ, ਜਿਵੇਂ ਇੱਥੇ ਨਵੀਂ ਇੱਕ ਪ੍ਰੀਤ ਸ਼ੁਰੂ ਕੀਤੀ ਗਈ ਅਰਦਾਸ ਵਾਲੀ, ਅਸੀਂ ਉਸ ਰੀਤ ਨੂੰ ਠੱਪ ਸਕੀਏ। ਆਪਣੀ ਜੋ ਸਾਡੀ ਪਰੰਪਰਾ ਹੈ, ਜੋ ਸਾਨੂੰ ਅਕਾਲ ਤਖਤ ਸਾਹਿਬ ਨਾਲ ਹੁਕਮ ਹੈ, ਅਸੀਂ ਉਸ ਹੁਕਮ ਸਾਹਿਬ ਨੂੰ ਆਪਣੇ ਸਿਰ ਮੱਥੇ ਮੰਨ ਸਕੀਏ। ਅਸੀਂ ਉਹਦੇ 'ਤੇ ਪਹਿਰਾ ਦੇ ਰਹੇ ਹਾਂ। ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਹਰਮੀਤ ਸਿੰਘ ਕਾਲਕਾ ਜੀ, ਆਪ ਜੀ ਨਾਲ ਵਿਚਾਰ ਸਾਂਝੇ ਕਰੋ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ 'ਚ ਬੈਠੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਪਿਛਲੇ 1 ਸਪਤਾਹ ਤੋਂ ਜਿਹੜੀ ਇੱਥੇ ਦਸਮ ਦੀ ਵਿਆਖਿਆ ਕਰਨ ਵਾਸਤੇ ਅਸੀਂ ਉਚੇਚੇ ਤੌਰ 'ਤੇ ਸੱਦਾ ਦਿੱਤਾ ਸੀ ਬਾਬਾ ਬੰਤਾ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਆ ਕੇ ਇੱਥੇ ਆਪਣੀ ਕਥਾ ਰਾਹੀਂ ਜਿਹੜੀ ਕੌਮ ਦੇ ਵਿੱਚ ਭਰਮ ਭੁਲੇਖੇ ਪਾਏ ਜਾ ਰਹੇ ਹੈ, ਉਹਨਾਂ ਦੇ ਉੱਤੇ ਆਪਣੇ ਵਿਚਾਰ ਰੱਖੇ, ਮਹਾਰਾਜ ਦੀ ਬਾਣੀ ਦਾ ਵਿਸਤਾਰ ਕੀਤਾ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਦਸਮ ਗ੍ਰੰਥ ਦੀ ਇਹ ਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਰੋਲ ਅਪਣਾਉਂਦੀ ਹੈ। ਅੱਜ ਮੇਰੇ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਰਾਣਾ ਜੀ ਨੇ ਦੱਸਿਆ, ਗੋਲਡੀ ਜੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੌਮ ਦੇ ਵਿੱਚ ਦੋ ਫਾੜ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਇੱਥੇ ਬੰਗਲਾ ਸਾਹਿਬ ਦੀ ਦਿਉੜੀਆਂ 'ਤੇ ਖੜੇ ਹੋ ਕੇ ਉਲਟੀਆਂ ਅਰਦਾਸਾਂ ਸ਼ੁਰੂ ਕੀਤੀਆਂ। ਮੈਂ ਸਮਝਦਾ ਕਿ ਗੁਰੂ ਮਹਾਰਾਜ ਨੇ ਇੱਕ ਬਾਣੀ ਦਾ ਲਫ਼ਜ਼ ਬਦਲਣ ਵਾਲੇ ਨੂੰ ਸਾਰੀ ਜ਼ਿੰਦਗੀ ਵਸੇ ਮੂੰਹ ਨਾਲ ਲਾਉਣ ਦੀ ਪੰਥ ਨੂੰ ਅਪੀਲ ਕੀਤੀ ਸੀ, ਔਰ ਅੱਜ ਉਹੀ ਇਹੋ ਜਿਹੇ ਲੋਕ ਗੁਰਦੁਆਰਿਆਂ ਦੇ ਬਾਹਰ ਖੜੇ ਹੋ ਕੇ ਅਰਦਾਸਾਂ ਨੂੰ ਉਲਟ ਕਰ ਰਹੇ ਹਨ। ਮੈਂ ਸਮਝਦਾ ਕਿ ਜਿਸ ਤਰੀਕੇ ਦੇ ਭਰਮ ਭੁਲੇਖੇ ਕੌਮ ਦੇ ਵਿੱਚ ਪਾਏ ਜਾ ਰਹੇ, ਉਹਦੇ ਵਿੱਚ ਬੜਾ ਵੱਡਾ ਰੋਲ ਐਸੇ ਪ੍ਰਚਾਰਕਾਂ ਦਾ, ਜਿਨ੍ਹਾਂ ਨੇ ਆ ਕੇ ਸਾਨੂੰ ਨਿਰਦੇਸ਼ ਦਿੱਤੇ ਨੇ, ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਨੇ ਆਪਣੇ ਇਸ ਵਿਚਿੱਤਰ ਨਾਟਕ ਦੇ ਵਿੱਚ, ਆਪਣੀਆਂ ਕਥਾਵਾਂ ਦੇ ਵਿੱਚ ਸਾਨੂੰ ਆਦੇਸ਼ ਦਿੱਤੇ ਹੈ। ਮੈਂ ਸਮਝਦਾ ਜੇ ਖਾਲਸੇ ਪੰਥ ਦੀ
ਨਿਆਰੀ ਹੋਂਦ ਦੀ ਅਗਰ ਕੋਈ ਗੱਲ ਕਰਦਾ ਹੈ ਤੇ ਉਹ ਸ਼੍ਰੀ ਦਸਮ ਗ੍ਰੰਥ ਕਰਦਾ ਹੈ। ਜੇ ਦਸਾਂ ਪਾਤਸ਼ਾਹੀਆਂ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਅਸੀਂ ਅਰਦਾਸ ਦੀ ਗੱਲ ਕਰੀਏ ਤੇ ਉਹ ਦਸਮ ਗ੍ਰੰਥ ਤੋਂ ਹੋਈ ਹੈ। ਜਿਸ ਸਥਾਨ ਤੇ ਅਸੀਂ ਬੈਠ ਕੇ ਰੋਜ਼ ਇੱਥੇ ਨਕਮਸਤਕ ਹੋਣ ਦੇ ਆਨੰਦ ਦੀਆਂ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ ਦੇ ਸ਼ਬਦ ਗਾਇਨ ਕਰਦੇ ਆ, ਤੇ ਉਹ ਵੀ ਦਸਮ ਗ੍ਰੰਥ 'ਚੋਂ ਹੋਈ ਹੈ। ਜੇ ਅੱਜ ਅਸੀਂ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਉਣ ਜਾ ਰਹੇ ਹਾਂ, ਜੇ ਘਰ ਘਰ ਤੱਕ ਤਿਲਕ ਜੰਜੂ ਦੇ ਰਾਖੇ ਦੀ ਗੱਲ ਕਰਨੀ ਹੈ ਤਾਂ ਉਹ ਵੀ ਸ਼੍ਰੀ ਗੁਰੂ ਦਸਮ ਗ੍ਰੰਥ ਦੇ ਵਿੱਚ ਹੋਈ ਹੈ। ਸੋ ਮੈਂ ਸਮਝਦਾ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਭੁਲੇਖੇ ਪਾਏ ਜਾਂਦੇ ਆ। ਫਿਰ ਗੱਲ ਕੀਤੀ ਜਾਂਦੀ ਹੈ ਕਿ ਦਸਮ ਗ੍ਰੰਥ ਸਨਾਤਨ ਧਰਮ ਦੀ ਗੱਲ ਕਰਦੀ ਹੈ। ਇੱਕੋ ਇੱਕ ਗ੍ਰੰਥ ਜਿਹੜਾ ਖਾਲਸੇ ਦੀ ਹੋਂਦ ਦਾ ਪ੍ਰਤੀਕ ਹੈ, ਜੇ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਜੇ ਗੁਰੂ ਮਹਾਰਾਜ ਨੇ ਫਤਿਹ ਦਿੱਤੀ ਤੇ ਦਸਮ ਗ੍ਰੰਥ ਦੇ ਵਿੱਚ ਦਿੱਤੀ ਹੈ। ਸੋ ਐਸੇ ਭਰਮ ਭੁਲੇਖੇ ਪਾਉਣ ਵਾਲਿਆਂ ਨੂੰ ਗੁਰੂ ਮਹਾਰਾਜ ਆਪ ਦੇਖਣਗੇ। ਮਗਰ ਜੋ ਸਾਡਾ ਰੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ, ਸੰਗਤਾਂ ਤੱਕ ਜਾਗਰੂਕ ਕਰਾਉਣਾ ਸੰਗਤਾਂ ਨੂੰ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈ ਬਿਆਨਾਂ ਨੂੰ ਲੈ ਕੇ ਦੁਚਿੱਤੀ ਸੀ, ਉਹਨਾਂ ਦੀ ਡਿਮਾਂਡ ਸੀ ਕਿ ਦਸਮ ਦੀ ਬਾਰੇ ਸਾਨੂੰ ਵਿਆਖਿਆ ਕੀਤੀ ਜਾਏ, ਤੇ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਔਰ ਲਗਾਤਾਰ ਇਹਨਾਂ ਦੇ ਪ੍ਰੋਗਰਾਮ ਹਰ ਮਹੀਨੇ ਰੱਖਣ ਦੀ ਗੱਲ ਕੀਤੀ ਹੈ। ਵੱਖ-ਵੱਖ ਤੁਹਾਨੂੰ ਜਿਹੜੇ ਆਪਣੇ ਬਾਣੀ ਦੇ ਨਾਲ ਜਿਹੜੀ ਦਸਮ ਦੀਆਂ ਗੱਲਾਂ ਸਾਨੂੰ ਦੱਸਣਗੇ, ਜਿਨ੍ਹਾਂ ਨੂੰ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ। ਮੈਂ ਇੰਨੀ ਗੱਲਾਂ ਕਰਦਾ ਹੋਇਆ ਗੁਰੂ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਗੁੰਮਰਾਹ ਕੀਤਾ ਗਿਆ ਸੀ ਕੌਮ ਨੂੰ, ਗੱਲਾਂ ਕੀਤੀਆਂ ਗਈਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮ ਦੀ ਉਲੰਘਣਾ ਕਰ ਰਹੇ ਹੈ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਇੱਕ ਹਫ਼ਤਾ ਹੋ ਗਿਆ ਬੇਨਤੀ ਕੀਤੀ ਸੀ ਕਿ ਕੋਈ ਸਾਡੇ ਕੋਲੋਂ ਮਰਿਆਦਾ 'ਚ ਉਲੰਘਣਾ ਹੋ ਰਹੀ ਹੈ ਤੇ ਸਾਨੂੰ ਦੱਸੋ। ਜੇ ਇਨ ਲੋਕਾਂ ਨਾਲ ਵਿਚਾਰ ਕਰਨ ਦੀ ਗੱਲ ਕੀਤੀ ਤੇ ਲਗਾਤਾਰ ਇੱਕ ਹਫ਼ਤਾ ਵਿਚਾਰ ਵਾਸਤੇ ਬੁਲਾਉਂਦੇ ਰਹੇ, ਮਗਰ ਕੋਈ ਵਿਚਾਰ ਕਰਨ ਨਹੀਂ ਆਇਆ। ਤਾਂ ਮੈਂ ਸਮਝਦਾ ਕਿ ਗੁਰੂ ਮਹਾਰਾਜ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਉਹਨਾਂ ਨੇ ਪੂਰੇ ਸਿਰੇ ਚੜਾਇਆ, ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਤਰੀਕੇ ਦੇ ਨਾਲ ਸੰਗਤਾਂ ਨੂੰ ਵਿਚਾਰ ਕਰਵਾਉਂਦੇ ਹੋਏ ਗੁਰੂ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।